ਸਵਾਗਤ ਕਰਦੇ ਹਾਂ ਜੀ ਕਰਮਜੀਤ ਕੌਰ ਸੰਧੂ ਜੀ ਹੋਲਿਸਟਿਕ ਵੈਲਨੈਸ ਤੋਂ। ਬਹੁਤ ਬਹੁਤ ਸਵਾਗਤ ਹੈ ਕਰਨ ਜੀ ਤੁਹਾਡਾ ਸਾਡੇ YouTube ਚੈਨਲ ਤੇ। ਸੋ ਅਸੀਂ ਅੱਜ ਬਹੁਤ ਹੀ ਵਿਚਾਰਧਾਰਾ ਕਰਾਂਗੇ ਕਿ ਤੁਸੀਂ ਡਾਈਟ ਦੇ ਬਾਰੇ ਜਾਂ ਨੈਚੁਰਲਪੈਥੀ ਟ੍ਰੀਟਮੈਂਟ ਦੇ ਬਾਰੇ ਇਹ ਜਿਹੜਾ ਮਿਸ਼ਨ ਲੈ ਕੇ ਜਾ ਰਹੇ ਹੋ, ਉਸ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਤੁਹਾਡੇ ਮੁੱਢਲੇ ਜੀਵਨ ਤੋਂ ਕਿ ਆਪਾਂ ਜਿਹੜੀ ਤੁਹਾਡੀ ਸਟੱਡੀ ਹੈ ਉਹ ਕਿੱਥੋਂ ਸ਼ੁਰੂ ਹੋਈ। मेरा बॉर्न जलंधर ਦਾ ਹੀ ਹੈ ਜੀ ਔਰ ਵੈਸੇ ਸਾਡਾ ਪਿੰਡ ਸਰੀ ਸ਼ੰਕਰ ਹੈ। ਓਕੇ। ਤੇ ਜਲੰਧਰ ਦੀ ਮੇਰੀ ਸਾਰੀ ਸਟੱਡੀ ਰਹੀ ਹੈ ਰਾਈਟ ਫਰਮ ਮਾਈ ਚਾਈਲਡਹੁੱਡ ਅਪ ਟੂ ਮਾਈ ਪੋਸਟ ਗ੍ਰੈਜੂਏਸ਼ਨ। ਜੀ ਸੇਂਟ ਜੋਸਫਸ ਕਨਵੈਂਟ ਸਕੂਲ ਜਲੰਧਰ ਕੈਂਟ, ਉੱਥੋਂ ਮੇਰੀ ਮੈਟ੍ਰਿਕੂਲੇਸ਼ਨ ਹੈ। ਆਈ ਐਮ ਅ ਜੋਸਫਾਈਟ। ਔਰ ਉਸ ਤੋਂ ਬਾਅਦ ਲਾਇਲਪੁਰ ਖਾਲਸਾ ਕਾਲਜ ਫॉर ਵੂਮਨ ਤੋਂ +1 ਆਨਵਰਡਸ ਐਮਕਾਮ ਤੱਕ ਮੇਰੀ ਸਾਰੀ ਸਟੱਡੀ ਉੱਥੋਂ ਦੀ ਹੈ। ਜੀ ਐਂਡ with pass out ਜਿਹੜੇ ਮੇਰੇ years ਸੀਗੇ, last year ਸੀਗਾ, I was even the president of student council in ਕਾਲਜ ਦੇ ਵਿੱਚ। ਖਾਲਸਾ ਕਾਲਜ ਜੀ। ਤੇ ਕਾਲਜ ਦੇ ਵਿੱਚ ਸਟੱਡੀ ਦੇ ਨਾਲ ਹੋਰ ਕਿਹੜੀਆਂ ਐਕਟੀਵਿਟੀਜ਼ ਤੁਸੀਂ ਕਰਦੇ ਸੀ ਨਾਲ? ਕਾਲਜ ਦੇ ਵਿੱਚ ਜਦੋਂ ਅਸੀਂ ਐਂਟਰ ਹੋਇਆ in 2005 ਐਡਮਿਸ਼ਨ ਲਈ ਹੈ, ਸਾਡਾ ਇੱਕ ਯੂਥ ਵਿੰਗ ਸੀਗਾ, ਰੋਟਰੀ ਇੰਟਰਨੈਸ਼ਨਲ ਦਾ ਇੱਕ ਯੂਥ ਵਿੰਗ ਹੈ, ਉਹਦਾ ਨਾਮ ਹੈ ਰੋਟਰੈਕਟ ਜੀ। तो रोटरी इंटरनेशनल डिस्ट्रिक्ट 3070 ਜੀ ਉਹਦੇ ਵਿੱਚ ਪੰਜਾਬ, ਹਿਮਾਚਲ, ਜੰਮੂ ਕਸ਼ਮੀਰ ਇਹ 3 ਸਟੇਟਸ ਆਉਂਦੇ ਤੇ ਉਹਦਾ ਹੀ ਜਿਹੜਾ ਰੋਟਰੈਕਟ ਹੈ ਯੂਥ ਵਿੰਗ ਹੈ, ਜੀ ਉਹ 2005 ਤੋਂ ਹੀ ਅਸੀਂ ਸਭ ਨੇ ਬੱਚਿਆਂ ਨੇ ਸਾਰੇ ਸਟੂਡੈਂਟਸ ਨੇ ਜੁਆਇਨ ਕੀਤਾ ਹੋਇਆ ਸੀ ਇਨ ਕਾਮਰਸ ਡਿਪਾਰਟਮੈਂਟ। ਐਂਡ ਅਸੀਂ ਮਤਲਬ ਫਿਜ਼ੀਕਲੀ ਐਂਡ ਪ੍ਰੈਕਟੀਕਲੀ ਹਰ ਸੈਟਰਡੇ ਸੰਡੇਜ਼ ਜਿਹੜੇ ਆ, ਜੀ ਯੂਜੂਅਲੀ ਸੰਡੇਜ਼ ਨੂੰ ਉਹਦੇ ਕੋਈ ਨਾ ਕੋਈ ਹੈਲਥ ਕੈਂਪਸ, ਕੋਈ ਅੱਛੇ ਮਤਲਬ ਕਿ ਸੀਨੀਅਰ ਸਿਟੀਜ਼ਨਸ ਵਾਸਤੇ ਜਾਂ ਨੀਡੀ ਲੋਕਾਂ ਵਾਸਤੇ ਜਾਂ ਕੁਛ ਨਾ ਕੁਛ ਐਸੇ ਕੈਂਪਸ, ਡਰਗ ਦੀ ਐਡਿਕਸ਼ਨ, ਵੂਮਨ ਅਵੇਅਰਨੈਸ ਜਾਂ ਯੂਥ ਦੀ ਡਿਵੈਲਪਮੈਂਟ, ਸੇਵ ਗਰਲ ਚਾਈਲਡ, ਜੀ ਸੇਵ এনवायरमेंट, ਇਹ ਸਾਰੀਆਂ ਚੀਜ਼ਾਂ ਦੇ ਪ੍ਰੋਜੈਕਟਸ ਹੁੰਦੇ ਸੀਗੇ, ਉਹਦੇ ਵਿੱਚ ਪਾਰਟਿਸਿਪੇਟ ਕਰਦੇ ਸੀਗੇ। ਜੀ ਜੀ ਜੀ। ਇਹਦੇ ਪਿੱਛੇ ਤੁਹਾਡੀ ਕੋਈ ਹੈਲਪ ਕਰਦਾ ਸੀ ਜਾਂ ਤੁਹਾਡੀ ਕੋਈ ਕਿਸੇ ਤਰ੍ਹਾਂ ਦੀ ਇਨਸਪੀਰੇਸ਼ਨ ਕਿ ਤੁਸੀਂ ਇਹ ਕੰਮ ਕਰਦੇ ਸੀਗੇ ਸਟੂਡੈਂਟਸ ਦੇ ਨਾਲ? ਸਾਰੇ ਸਟੂਡੈਂਟਸ ਕਾਮਰਸ ਡਿਪਾਰਟਮੈਂਟ ਦੇ ਉਹ ਰੋਟਰੈਕਟ ਦੇ ਮੈਂਬਰ ਸੀਗੇ ਔਰ ਸਾਡੇ ਟੀਚਰ ਇੰਚਾਰਜ ਮਿਸਿਸ ਸਰੀਨ ਮੈਮ, ਸ਼ੀ ਵਾਸ ਦ ਇੰਚਾਰਜ ਆਫ ਰੋਟਰੈਕਟ। ਰੋਟਰੀ ਦਾ ਜਿਹੜਾ ਕਲੱਬ ਹੈਗਾ ਇਸ ਜਲੰਧਰ ਸਾਊਥ, ਉਹ ਇਹਦੇ ਪੇਰੈਂਟ ਰੋਟਰੀ ਸੀ। ਸਾਰਿਆਂ ਦੀ ਕਲੈਕਟਿਵ ਸਪੋਰਟ ਔਰ ਸਭ ਦੀ ਮਦਦ ਨਾਲ ਔਰ ਸਭ ਦੇ ਗਾਈਡੈਂਸ ਦੇ ਨਾਲ ਅਸੀਂ ਸਾਰੇ ਰੋਟਰੈਕਟਰਸ, ਸਾਰੇ ਜਿਹੜੇ ਸਟੂਡੈਂਟਸ ਹੈਗੇ ਆ, ਉਹ ਸੋਸ਼ਲ ਸਰਵਿਸ ਦੇ ਵਿੱਚ ਲੱਗੇ ਹੋਏ ਸੀਗੇ। ਮੇਨ ਮਕਸਦ ਸੀਗਾ, जैसे रोटरी का भी जो एम है, जो फोकस है कि यूथ भी सोशल सर्विस ਨੂੰ ਸਿੱਖੇ ਔਰ ਆਪਣੀ ਲਾਈਫ ਦਾ ਇੱਕ ਪਾਰਟ ਬਣਾ ਕੇ ਚੱਲੇ। ਜੀ ਤਾਂ ਤੁਸੀਂ ਰੋਟਰੀ ਕਲੱਬ ਦੇ ਨਾਲ ਕਿੰਨੀ ਦੇਰ ਤੱਕ ਜੁੜੇ ਹੋ ਜਾਂ ਹੁਣ ਵੀ ਜੁੜੇ ਹੋ, ਕੰਮ ਕਰ ਰਹੇ ਹੋ? ਜੀ ਬਿਲਕੁਲ, 2005 ऑनवर्ड्स मैं रोटरी ਵਿੱਚ ਹਾਂ ਔਰ ਅੱਜ ਵੀ ਜੁੜੇ ਹੋਏ ਹਾਂ ਕਿਸੇ ਨਾ ਕਿਸੇ ਤਰੀਕੇ। ਹਾਂ ਬਹੁਤ ਫੁੱਲ ਟਾਈਮ ਜਾਂ ਜ਼ਿਆਦਾ ਟਾਈਮ ਨਹੀਂ ਦੇ ਪਾਉਂਦੇ, ਲੇਕਿਨ ਕੁਝ ਇਵੈਂਟਸ ਤੇ ਜਾਣਾ ਆਣਾ ਔਰ ਕਿਸੇ ਨੂੰ ਗਾਈਡ ਕਰਨਾ ਜਾਂ ਕਿਤੇ ਕੋਈ ਹੈਲਪ ਕਰਨਾ, ਤਾਂ ਉਹ ਸਟਿਲ, ਕਿਉਂਕਿ ਇੱਕ ਵਾਰੀ ਜਦੋਂ ਅਸੀਂ ਕਿਸੇ ਕਨੈਕਸ਼ਨ ਜਾਣਦੇ ਆ, ਜੁੜਾਵ ਤਾਂ ਫਿਰ ਪੂਰੀ ਉਮਰ ਦਾ ਰਹਿੰਦਾ ਹੀ ਹੈ। ਜੀ ਜੀ ਬਿਲਕੁਲ। ਉਹ ਸਭ ਕਰਦਿਆਂ ਹੋਇਆਂ ਮੈਨੂੰ ਮੌਕਾ ਮਿਲਿਆ 2012 ऑनवर्ड्स ਕਿ ਸਾਡਾ ਇੱਕ ਰੋਟਰੀ ਦਾ ਗਵਰਨਰ ਹੁੰਦਾ ਹੈ, ਇੱਕ ਰੋਟਰੈਕਟ ਦਾ ਗਵਰਨਰ ਹੁੰਦਾ ਹੈ। ਤੇ ਸਾਡੇ ਕੁਝ ਵਰਕਿੰਗਸ, ਸਾਡੀ ਐਕਟੀਵਿਟੀਜ਼ ਦੇ ਕਰਕੇ ਮੈਨੂੰ ਕਾਲਜ ਤੋਂ ਹੀ ਸਾਡੇ ਕਾਲਜ ਦੇ ਟੀਚਰ ਇੰਚਾਰਜ ਐਂਡ ਪ੍ਰਿੰਸੀਪਲ ਨੇ ਕਿਹਾ ਕਿ ਫॉर द ਮਤਲਬ ਜਿਹੜੀ ਨੋਮੀਨੇਸ਼ਨ ਹੈ DRR ਵਾਸਤੇ, ਰੋਟਰੈਕਟ ਦੇ ਗਵਰਨਰ ਵਾਸਤੇ ਤੁਹਾਡਾ ਨੇਮ ਭੇਜਣਾ ਚਾਹੁੰਦੇ ਆ। ਦੈਟ ਵਾਸ ਅ ਵੈਰੀ ਪ੍ਰਾਈਡ ਮੂਮੈਂਟ ਫॉर ਮੀ। ਪਰ ਉਸ ਟਾਈਮ ਥੋੜਾ ਮੈਂ ਕਤਰਾ ਰਹੀ ਸੀ, ਮੈਂ ਕਿਹਾ ਸੀ ਕਿ ਨਹੀਂ, ਮੈਂ ਨਹੀਂ ਕਰਨਾ ਚਾਹੁੰਦੀ। ਐਂਡ ਗॉड्स ਵਿਲ ਕਹਿੰਦੇ ਨੇ, ਜਿੱਥੇ ਰਾਹ ਕੋਈ ਐਸਾ ਆਉਂਦਾ ਜਿੱਥੇ ਪਰਮਾਤਮਾ ਨੇ ਤੁਹਾਡੇ ਤੋਂ ਕੁਝ ਕਰਾਉਣਾ ਹੈ ਤੇ ਉਹ ਨਾ ਚਾਹੁੰਦੇ ਹੋਏ ਵੀ ਤੁਸੀਂ ਉਸ ਰਸਤੇ ਤੇ ਚੱਲ ਪੈਂਦੇ ਹੋ। ਜੀ ਤੇ ਵੱਡਿਆਂ ਦੀ ਗਾਈਡੈਂਸ ਨਾਲ ਮੈਂ ਉਹਨੂੰ ਚਲੋ ਹਾਮੀ ਭਰੀ ਔਰ ਨੋਮੀਨੇਸ਼ਨਸ ਜਦੋਂ ਹੋਈਆਂ ਤੇ ਮੈਨੂੰ ਹੀ ਉਹਨਾਂ ਨੇ ਸਿਲੈਕਟ ਕੀਤਾ। ਮੇਰੀ 3 ਵਾਰ ਇੰਟਰਵਿਊਜ਼ ਹੋਈ ਸੀ, ਅਲੱਗ-ਅਲੱਗ, ਜਲੰਧਰ ਹੋਈ, ਅੰਮ੍ਰਿਤਸਰ ਹੋਈ, ਕਪੂਰਥਲਾ ਹੋਈ। 3 ਵਾਰੀ ਡਿਸਟ੍ਰਿਕਟ ਗਵਰਨਰ ਰਹੇ ਨੇ ਉਦੋਂ ਉਪਕਾਰ ਸਿੰਘ ਸੇਠੀ ਜੀ, ਹੀ ਇਜ਼ ਫਰਮ ਅੰਮ੍ਰਿਤਸਰ। ਤੇ ਉਸ ਟਾਈਮ ਤੇ ਉਹਨਾਂ ਨੇ ਮੈਨੂੰ ਸਿਲੈਕਟ ਕੀਤਾ। ਐਂਡ ਫਰਮ 2012 ਸਬਬ ਏਦਾਂ ਬਣੇ ਕਿ 2012 ਤੋਂ ਲੈ ਕੇ ਬਣਦਾ 1 ਸਾਲ ਵਾਸਤੇ ਹੈ। 1 ਸਾਲ ਵਾਸਤੇ ਹੀ ਗਵਰਨਰ ਹੁੰਦਾ ਹੈ, DRR ਹੁੰਦਾ ਹੈ ਤੇ DG ਐਂਡ DRR ਹਰ ਟੈਨਿਓਰਸ ਚੇਂਜ ਹੁੰਦੇ ਆ, ਰਾਈਟ ਫਰਮ ਲੋਅਰ ਲੈਵਲ ਪ੍ਰੈਜ਼ੀਡੈਂਟ ਤੋਂ ਲੈ ਕੇ RI ਪ੍ਰੈਜ਼ੀਡੈਂਟ, ਰੋਟਰੀ ਇੰਟਰਨੈਸ਼ਨਲ ਦੇ ਪ੍ਰੈਜ਼ੀਡੈਂਟ ਤੱਕ। ਬਟ ਮੈਨੂੰ ਉਹਨਾਂ ਨੇ 3 ਸਾਲ ਰਿਪੀਟ ਕੀਤਾ। ਜੀ ਜੀ ਜੀ। ਹਰ ਗਵਰਨਰ ਨੇ ਸ਼ਾਇਦ, ਪਰ ਚਲੋ ਪਰਮਾਤਮਾ ਵੱਲੋਂ ਉਹਨਾਂ ਨੇ ਕੁਝ ਦੇਖਿਆ ਕਿ ਅਸੀਂ ਅੱਛੇ ਤਰੀਕੇ ਨਾਲ ਰਲ ਮਿਲ ਕੇ ਕੰਮ ਕਰ ਸਕਦੇ ਹਾਂ ਤੇ ਉਹਨਾਂ ਨੇ ਕਿਹਾ ਕਿ ਤੁਹਾਨੂੰ 2 ਸਾਲ ਹੋਰ ਕੰਟੀਨਿਊ ਕਰਨਾ ਚਾਹੀਦਾ ਹੈ। ਤੇ ਉਸ ਟਾਈਮ ਤੇ ਅਸੀਂ ਯੂਥ ਨੂੰ ਇੱਕ ਜਜ਼ਬਾ ਸੀ, ਇੱਕ ਜੋਸ਼ ਸੀ ਕਿ ਕੁਝ ਕਰਨਾ ਹੈ ਔਰ ਯੂਥ ਨੂੰ ਵੀ ਅੱਛੇ ਤਰੀਕੇ ਨਾਲ ਗਾਈਡ ਕਰਨਾ ਹੈ।
ਤੇ ਸਾਡੇ ਕੋਲ 40 to 45 ਕਾਲਜਸ ਐਂਡ ਇੰਸਟੀਟਿਊਸ਼ਨਸ ਦੇ ਯੂਥ ਮੇਰੇ ਨਾਲ ਜੁੜੇ ਹੋਏ ਸੀਗੇ ਉਦੋਂ। ਉਹਨਾਂ ਨੂੰ ਨਾਲ ਲੈ ਕੇ ਅਸੀਂ ਸਾਰੇ ਪ੍ਰੋਜੈਕਟਸ ਕਰਦੇ ਸੀਗੇ। ਮੇਰੀ DRR ਵਿਜ਼ਿਟਸ ਹੁੰਦੀਆਂ ਸੀ ਅਲੱਗ-ਅਲੱਗ ਕਾਲਜਸ ਦੇ ਵਿੱਚ, ਪ੍ਰਿੰਸੀਪਲਸ ਐਂਡ ਟੀਚਰਸ ਨਾਲ ਮਿਲਣਾ ਔਰ ਬਹੁਤ ਅੱਛੇ ਲੈਵਲ ਦੇ, ਵੱਡੇ ਲੈਵਲ ਦੇ ਪ੍ਰੋਜੈਕਟਸ ਕਰਨਾ। ਲਾਈਕ ਬਲੱਡ ਡੋਨੇਸ਼ਨ ਡਰਾਈਵਸ ਹੁੰਦੀਆਂ ਸੀ, ਟ੍ਰੀ ਪਲਾਂਟੇਸ਼ਨ ਸੀ, ਸੀਨੀਅਰ ਸਿਟੀਜ਼ਨਸ ਨੂੰ ਮਿਲਣਾ, ਉਹਨਾਂ ਦਾ ਲਗਾਤਾਰ ਖਿਆਲ ਰੱਖਣਾ ਜਾ ਕੇ। ਔਰ ਮਤਲਬ ਐਸਾ ਬਹੁਤ ਕੁਝ ਸੀਗਾ। ਬਹੁਤ ਸਾਰੇ ਕੈਂਪਸ ਅਸੀਂ ਲਗਾਉਂਦੇ ਹੁੰਦੇ ਸੀਗੇ ਔਰ ਬੱਚਿਆਂ ਵਾਸਤੇ ਵੀ ਕਲਚਰਲ ਐਕਟੀਵਿਟੀਜ਼ ਵੀ ਬਹੁਤ ਹੁੰਦੀਆਂ ਸੀ। ਫਿਰ ਉਹਨਾਂ ਦੇ ਕੁਝ ਐਸੀ ਚੀਜ਼ਾਂ, ਉਹਨਾਂ ਦੀ ਆਪਣੀ ਪਰਸਨਲ ਗਰੋਥ ਐਂਡ ਡਿਵੈਲਪਮੈਂਟ ਲਈ ਕੁਝ ਯੋਗਾ ਦੇ ਸੈਸ਼ਨਸ, ਕੁਝ ਮੈਡੀਟੇਸ਼ਨ ਦੇ ਸੈਸ਼ਨਸ, ਬਹੁਤ ਸਾਰੇ ਐਸੇ ਵਰਕਸ਼ਾਪਸ ਵੀ ਅਸੀਂ ਆਰਗੇਨਾਈਜ਼ ਕਰਦੇ ਸੀਗੇ। ਤੇ ਉਹਦੇ ਵਿੱਚ ਇੱਕ ਵਾਰੀ ਮੌਕਾ ਮਿਲਿਆ ਕਿ ਅਸੀਂ ਪੂਰੀ ਭੰਗੜਾ ਟੀਮ ਨੂੰ ਲੈ ਕੇ ਗਏ ਆ ਪੂਰੀ ਉੜੀਸਾ ਦੇ ਵਿੱਚ। ਇੱਕ ਨੈਸ਼ਨਲ ਸਾਡਾ ਰੋਟੇਸ਼ੀਆ ਹੁੰਦਾ ਹੈ ਪੂਰੇ ਏਸ਼ੀਆ ਦੇ ਜਿੰਨੇ ਵੀ ਕੰਟਰੀਜ਼ ਹੈਗੇ ਆ, ਤੇ ਰੋਟੇਸ਼ੀਆ ਦੇ ਵਿੱਚ ਪੂਰੀ ਟੀਮ ਗਈ ਸੀ ਇੱਥੋਂ ਔਰ 7 ਅਵਾਰਡਸ ਜਿੱਤ ਕੇ ਆਏ। तो ऐसा मतलब बहुत सारे अचीवमेंट्स रही ने उस सफर दे विच 2012 तो 2015-16 तक काफी इवेंट्स, काफी सारे मतलब रहे ने। उसे दौरान मौका मिला कि मैं इंडिया ਨੂੰ ਰਿਪਰੈਜ਼ੈਂਟ ਕੀਤਾ ਸੀ ਕੈਨੇਡਾ, ਟੋਰਾਂਟੋ ਐਂਡ ਮੌਂਟਰੀਅਲ ਰੋਟਰੀ ਦੇ ਬਿਹਾਫ ਤੇ। ਇੰਟਰ ਰੋਟਾ, ਦੈਟ ਇਜ਼ ਇੰਟਰਨੈਸ਼ਨਲ ਰੋਟਰੈਕਟ ਕਾਨਫਰੰਸ ਹੁੰਦੀ ਹੈ ਹਰ 3 ਜਾਂ 4 ਸਾਲ ਬਾਅਦ ਹੁੰਦੀ ਹੈ। ਤੇ ਉਸ ਟਾਈਮ ਉਹ ਕੈਨੇਡਾ ਸੀ, ਕੁਦਰਤੀ ਵੀਜ਼ਾ ਮਿਲ ਗਿਆ ਤੇ ਵੀ ਵੈਂਟ देयर ਐਂਡ ਆਈ ਵਾਸ ਦ ਓਨਲੀ ਵਨ ਟੂ ਰਿਪਰੈਜ਼ੈਂਟ ਇੰਡੀਆ ਅਮੰਗਸਟ ਅਦਰ ਫੋਰਨ, मतलब कि जिन्ने भी कंट्रीज ਦੇ रोट्रैक्टर्स आए हुए ਸੀਗੇ। तो ऐसा सफर चलता रहा 2005 तो लेके 2015 तक, बहुत एक्टिव सफर रहा है। उस तो बाद थोड़ा जा डोरमेंट रहा है, थोड़ा बैक एंड ते रह के अगे बच्चों ਨੂੰ सपोर्ट ਕੀਤਾ है। और मेरी मतलब एक दिली तमन्ना और कोशिश ਹੁੰਦੀ ਸੀ ਕਿ ਜਿਹੜੇ ਬੱਚਿਆਂ ਨੂੰ ਬੋਲਣ ਦੀ ਝਿਜਕ ਹੈ ਜਾਂ ਥੋੜੇ ਜੇ ਮਤਲਬ ਉਹਨਾਂ ਦੀ ਪਰਸਨੈਲਿਟੀ ਗਰੂਮ ਕਰ ਦਈਏ, ਇਹ ਆਪਣੇ ਪ੍ਰੋਫੈਸ਼ਨ ਦੇ ਵਿੱਚ ਇੰਨੇ ਅੱਗੇ ਵੱਧ ਜਾਣ, ਇਹਨਾਂ ਨੂੰ ਰੋਟਰੈਕਟ ਦੇ ਵਿੱਚ ਹੋਣ ਦਾ ਫਾਇਦਾ ਮਿਲੇ। ਔਰ ਅੱਜ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਉਹ ਸਾਰੇ ਬੱਚੇ ਸਾਨੂੰ ਰਿਸਪੌਂਡ ਕਰਦੇ ਆ ਕਿ ਦੀ ਤੁਸੀਂ ਜਿਹੜਾ ਸਾਨੂੰ ਪਲੇਟਫਾਰਮ ਦਿੱਤਾ ਸੀ ਉਹਦੇ ਕਰਕੇ ਅਸੀਂ ਅੱਜ ਆਪਣੇ ਪ੍ਰੋਫੈਸ਼ਨ ਵਿੱਚ ਬਹੁਤ ਅੱਗੇ ਆ। ਤੋ ਐਦਾਂ ਦੀਆਂ ਦੁਆਵਾਂ ਮਿਲਦੀਆਂ, ਅੱਛਾ ਲੱਗਦਾ ਹੈ, ਖੁਸ਼ੀ ਹੁੰਦੀ ਹੈ। ਸੋ ਕਰਨ ਜੀ, ਇਸ ਲੰਬੇ ਸਫ਼ਰ ਦੇ ਵਿੱਚ ਕੋਈ ਐਸਾ ਕਿੱਸਾ ਜੋ ਤੁਹਾਡੇ ਲਈ ਫਨੀ ਹੋਵੇ, ਤੁਸੀਂ ਸਾਡੇ ਵਿਊਅਰਸ ਨੂੰ ਦੱਸਣਾ ਚਾਹੋ ਕਿ ਕਿਉਂਕਿ ਮौज ਮਸਤੀ ਵੀ ਜ਼ਰੂਰੀ ਹੈ, ਹੱਸਣਾ ਵੀ ਜ਼ਰੂਰੀ ਹੈ। ਕੋਈ ਤੁਹਾਡੇ ਨਾਲ ਕੋਈ ਐਸਾ ਇਨਸੀਡੈਂਟ ਹੋਇਆ ਹੋਵੇ ਕਿ ਜਿਹੜਾ ਤੁਹਾਨੂੰ ਲੱਗਦਾ ਹੋਵੇ ਕਿ ਮੈਨੂੰ ਦੱਸਣਾ ਚਾਹੀਦਾ? हाँ, ऐसे बहुत सारे ਹੁੰਦੇ ਰਹੇ ਆ, ਹਾਸੇ ਮਜ਼ਾਕ ਚੱਲਦੇ ਰਹਿੰਦੇ ਹੁੰਦੇ ਸੀ। ਮੈਨੂੰ ਇੱਕ ਸਭ ਤੋਂ ਜ਼ਿਆਦਾ ਮਤਲਬ ਖੁਸ਼ੀ ਇਸ ਚੀਜ਼ ਦੀ ਹੁੰਦੀ ਸੀ ਕਿ ਬੱਚੇ ਮੇਰੇ ਨਾਲ ਰਹਿ ਕੇ ਬਹੁਤ ਖੁਸ਼ ਹੁੰਦੇ ਸੀਗੇ। ਮੇਰਾ ਮਕਸਦ ਹੁੰਦਾ ਸੀ ਕਿ ਇਹ ਖੁਸ਼ ਰਹਿਣ, ਇਹਨਾਂ ਨੂੰ ਮੈਂ ਸਪਿਰਿਚੁਅਲੀ ਵੀ ਇਨਲਾਈਟਨ ਕਰਾਂ, ਇਹਨਾਂ ਨੂੰ ਗਰੋ ਕਰਵਾਵਾਂ। ਬੱਚੇ ਇੰਪਾਵਰ ਹੋਣੇ ਚਾਹੀਦੇ ਆ। ਇਹਨਾਂ ਦੀ ਜੋ ਲਾਈਫ ਚੱਲ ਰਹੀ ਹੈ, ਜੋ ਇਹਨਾਂ ਦਾ ਦੌਰ ਚੱਲ ਰਿਹਾ ਜ਼ਿੰਦਗੀ ਦਾ, ਟੀਨ ਏਜ ਹੁੰਦੀ ਹੈ, ਥੋੜੀ ਗਰੋ ਕਰ ਰਹੇ ਹੁੰਦੇ ਆ, 20s ਦੇ ਵਿੱਚ ਹੁੰਦੇ ਆ 25 ਤੱਕ, ਤੇ ਉਸ ਟਾਈਮ ਤੇ ਮਤਲਬ ਬਹੁਤ ਅੱਛਾ ਲੱਗਦਾ ਸੀਗਾ। ਔਰ ਇੱਕ ਮਤਲਬ ਥੈਂਕਸ ਗਿਵਿੰਗ ਵੀ ਹੈ ਸਾਰੇ ਉਹਨਾਂ ਪੇਰੈਂਟਸ ਨੂੰ ਕਿ ਉਹ ਬੱਚੇ ਜਦੋਂ ਜਾਣਾ ਚਾਹੁੰਦੇ ਸੀ, ਮੇਰੇ ਉੱਤੇ ਰਿਸਪੌਂਸਿਬਿਲਿਟੀ ਹੁੰਦੀ ਸੀ ਔਰ ਉਹਨਾਂ ਸਾਰੇ ਬੱਚਿਆਂ ਦੇ ਪੇਰੈਂਟਸ ਮੇਰੀ ਰਿਸਪੌਂਸਿਬਿਲਿਟੀ ਤੇ ਆਪਣਾ ਬੱਚਾ ਛੱਡਦੇ ਸੀ, ਖਾਸ ਕਰ ਲੜਕੀਆਂ ਨੂੰ ਛੱਡਦੇ ਸੀ ਕਿ ਠੀਕ ਹੈ ਕਰਮ ਨਾਲ ਹੈ ਤੇ ਸਾਨੂੰ ਕੋਈ ਟੈਨਸ਼ਨ ਨਹੀਂ। ਤੇ ਅਸੀਂ ਫਨੀ ਮੂਮੈਂਟ ਯਾਦ ਆਉਂਦਾ ਹੈ ਮੈਨੂੰ ਕਿ ਜਦੋਂ 35 ਰੋਟਰੈਕਟਰਸ ਦੀ ਟੀਮ ਨੂੰ ਰੋਟੇਸ਼ੀਆ 'ਚ ਲੈ ਕੇ ਗਏ ਆ ਕੰਪੀਟ ਕਰਨ ਵਾਸਤੇ, ਆਲ ਦ ਵੇ ਫਰਮ ਜਲੰਧਰ ਟੂ ਪੁਰੀ। ਤੇ ਅਸੀਂ ਸਭ ਨੇ ਸੋਚਿਆ ਵੀ ਚਲੋ ਫਲਾਈ ਬਾਈ ਏਅਰ ਚਲੀਏ, ਤੇ ਕਹਿੰਦੇ ਨਹੀਂ ਅਸੀਂ ਤਾਂ 3 ਦਿਨ ਵਾਲਾ ਸਫ਼ਰ ਹੀ ਕਰਨਾ ਹੈ, 3 ਦਿਨ ਇਕੱਠੇ ਰਹਿਣਾ ਹੈ ਤੇ ਟ੍ਰੇਨ 'ਚ ਹੀ ਜਾਣਾ ਹੈ। ਮੇਰੇ ਨਾਮ ਦਾ ਤਾਂ ਇੱਕ ਐਸਾ ਵੱਡਾ ਕੰਮ ਸੀ ਮੇਰੇ ਲਈ ਕਿ 35 ਬੱਚੇ, ਇਵਨ ਮੇਰੇ ਪੇਰੈਂਟਸ ਕਹਿਣ ਤੂੰ ਕਿਵੇਂ ਸੰਭਾਲ ਲੇਂਗੀ ਕੁੜੀਆਂ ਨੂੰ, ਵੀ ਕੁੜੀਆਂ ਮੁੰਡਿਆਂ ਨੂੰ ਸੰਭਾਲਣਾ ਬਹੁਤ ਮੁਸ਼ਕਿਲ ਚੀਜ਼ ਹੁੰਦਾ ਹੈ, ਯੂਥ ਨੂੰ ਸੰਭਾਲਣਾ ਇੰਨਾ ਸੌਖਾ ਨਹੀਂ ਹੈ। तो आई सेड कि कोई नहीं, मतलब वाहिगुरू ਦੀ ਕਿਰਪਾ ਨਾਲ ਸਭ ਹੋ ਜਾਊਗਾ, ਇਕੱਠੇ ਆ ਅਸੀਂ ਸਾਰੇ, ਆਈ ਨੋ ਹਾਊ ਟੂ ਮੈਨੇਜ। ਤੇ ਅਸੀਂ 35 ਜਣਿਆਂ ਦੀ ਟੀਮ, ਮਤਲਬ ਇਨਕਲੂਡਿੰਗ ਮੀ, ਔਰ ਤੁਸੀਂ ਵੀ ਨਾਲ ਹੀ ਸੀਗੇ। ਜੀ ਬਿਲਕੁਲ ਪੂਰਾ ਭੰਗੜਾ ਟੀਮ ਤੁਹਾਡੀ APJ ਕਾਲਜ ਦੀ ਗਈ ਹੈ ਇੱਥੋਂ ਔਰ ਜਿੱਤ ਕੇ ਆਈ ਹੈ, ਔਰ ਮੇਰੇ ਖਿਆਲ ਪੂਰੇ ਏਸ਼ੀਆ ਦਾ ਦਿਲ ਜਿੱਤਿਆ ਤੁਸੀਂ ਉੱਥੇ ਜਾ ਕੇ। ਲੋਕ ਥੱਕਦੇ ਨਹੀਂ ਸੀ ਸਾਰਿਆਂ ਨਾਲ ਫੋਟੋਜ਼ ਲੈਂਦੇ ਹੋਏ, ਸੈਲਫੀਜ਼ ਲੈਂਦੇ ਹੋਏ। ਤੇ ਇਹਨਾਂ ਨੇ ਜੀ ਮਤਲਬ ਕੀ ਕੀਤਾ ਹੈ ਵੀ ਜਦੋਂ ਚੱਲੇ ਆ ਇੱਥੋਂ ਜਲੰਧਰ ਤੋਂ, ਜਿਹੜਾ ਸਟੇਸ਼ਨ ਆਉਂਦਾ ਸੀ ਕੋਈ ਵੱਡੇ ਹਾਲਟ ਵਾਲਾ, ਉੱਥੇ ਇਹਨਾਂ ਨੇ ਉਤਰ ਜਾਣਾ। ਕਿਸੇ ਨੂੰ ਮਿਮਿਕਰੀ ਆਉਂਦੀ ਹੈ, ਕਿਸੇ ਨੂੰ ਮਤਲਬ ਫਨ ਕਾਮੇਡੀ ਆਉਂਦੀ ਹੈ, ਇਹਨਾਂ ਨੇ ਸਟੇਸ਼ਨ ਤੇ ਕਰਨੀ ਸ਼ੁਰੂ ਕਰ ਦੇਣੀ ਸਾਰਿਆਂ ਨੇ। ਕੋਈ ਗਾਣੇ ਗਾ ਰਿਹਾ ਹੈ, ਕੋਈ ਉੱਥੇ ਸ਼ਾਇਰੀ ਸੁਣਾ ਰਿਹਾ ਹੈ, ਕੋਈ ਮਿਮਿਕਰੀ ਕਰ ਰਿਹਾ ਹੈ, ਕੋਈ ਪਤਾ ਨਹੀਂ ਆਪਣੀ ਅਲੱਗ-ਅਲੱਗ ਐਕਟੀਵਿਟੀਜ਼ ਦੇ ਨਾਲ, ਮਤਲਬ ਕੁਝ ਲੋਕ ਖੜੇ ਹੋ ਕੇ ਨਾ ਏਦਾਂ ਕਰਕੇ ਦੇਖਣਾ ਸ਼ੁਰੂ ਹੋ ਜਾਂਦੇ ਸੀ
ਕਿ ਇਹ ਹੈ ਕੌਣ ਹੈ, ਕਰ ਕੀ ਰਹੇ ਨੇ। ਔਰ ਮਤਲਬ ਲੋਕ ਇੰਜੋਏ ਕਰਦੇ ਹੁੰਦੇ ਸੀ, ਅਸੀਂ ਦੇਖਣਾ ਲੋਕ ਸੀਰੀਅਸਲੀ ਇੰਨਾ ਇੰਜੋਏ ਕਰਦੇ ਸੀ। ਟ੍ਰੇਨ ਵਿੱਚ 3 ਦਿਨ ਦਾ ਸਫ਼ਰ ਪਤਾ ਹੀ ਨਹੀਂ ਚੱਲਿਆ। ਔਰ ਮੈਨੂੰ ਰੋਟਰੈਕਟਰ ਸਾਰੇ ਕਹਿਣ ਕਿ ਦਿਲ ਕਰਦਾ ਸੀ ਟ੍ਰੇਨ ਦੇ ਸਫ਼ਰ 'ਚ ਹੀ ਰਹੀਏ। ਜੀ ਇਹ ਬਹੁਤ ਫਨੀ ਕਿੱਸੇ ਜੋ ਕਰਮ ਜੀ ਨੇ ਵੀ ਦੱਸੇ ਨੇ, ਤੇ ਹੋਰ ਵੀ ਆਪਾਂ ਅੱਗੇ ਵੀ ਵਧਦੇ ਹਾਂ। ਫਨੀ ਕਿੱਸੇ ਹੋਰ ਵੀ ਬਹੁਤ ਜ਼ਿਆਦਾ ਨੇ, ਲੇਕਿਨ ਟਾਈਮ ਦੀ ਸ਼ਾਰਟੇਜ ਕਰਕੇ ਆਪਾਂ ਅੱਗੇ ਵਧਦੇ ਹਾਂ। ਸੋ ਕਰਮ ਜੀ, ਆਪਾਂ ਇਹਨਾਂ ਚੀਜ਼ਾਂ ਚੋਂ ਨਿਕਲ ਕੇ, ਜਿੱਦਾਂ ਹੁਣ ਇਹ ਤੇ ਇੱਕ ਅਲੱਗ ਪਾਰਟ ਹੋ ਗਿਆ, ਲੇਕਿਨ ਹੋਲਿਸਟਿਕ ਵੈਲਨੈਸ ਹੱਬ, ਇਹਦੇ ਬਾਰੇ ਵਿਚਾਰ ਕਿਵੇਂ ਆਇਆ? Since my childhood, मैं ब्रह्मा कुमारीज ऑर्गेनाइजेशन ਨਾਲ जुड़ी हुई हूँ and I have been practicing spirituality and meditation. जी। और spirituality का हो या meditation को is something near to my heart। ਮੈਨੂੰ ਬਚਪਨ ਤੋਂ ਪਸੰਦ ਹੈ, ਮਤਲਬ I love silence और ਮੈਨੂੰ ਪਸੰਦ ਹੈ ਕਿ ਅਸੀਂ ਦੂਸਰਿਆਂ ਨੂੰ ਵੀ ਉਹ ਚੀਜ਼ ਦਾ ਅਨੁਭਵ ਕਰਾਈਏ। ਜੀ ਜੀ। ਇਹ ਸਫ਼ਰ ਬਹੁਤ ਵੱਡਾ ਹੈ ਔਰ ਬਹੁਤ ਹੀ ਟਰਨਿੰਗ ਪੁਆਇੰਟ ਹੈ ਮੇਰੀ ਲਾਈਫ ਦਾ, ਕਿਉਂਕਿ ਜਦੋਂ ਅਸੀਂ ਯੂਥ ਏਜ ਵਿੱਚ ਹੁੰਦੇ ਆ, ਸਾਡੇ ਬਹੁਤ ਅਰਮਾਨ ਹੁੰਦੇ ਨੇ, ਬਹੁਤ ਕੁਝ ਕਰ ਗੁਜ਼ਰ ਜਾਣ ਦਾ ਕਈਆਂ ਦੇ ਵਿੱਚ ਜਜ਼ਬਾ ਹੁੰਦਾ ਹੈ। ਔਰ ਅਸੀਂ ਰੋਟਰੈਕਟ ਵਿੱਚ ਜਦੋਂ ਸੀਗੇ ਤਾਂ ਉਸ ਯੰਗ ਬਲੱਡ ਦੇ ਵਿੱਚ 20 to 25 ਦੀ ਏਜ ਜਿਹੜੀ ਸੀਗੀ, ਬਹੁਤ ਕੁਝ ਕੀਤਾ ਵੀ, ਪਰਮਾਤਮਾ ਨੇ ਕਰਾਇਆ ਵੀ, ਵੱਡਿਆਂ ਦੀਆਂ ਦੁਆਵਾਂ ਬਲੇਸਿੰਗਸ ਨਾਲ ਬੜਾ ਕੁਝ ਕਰਦੇ ਰਹੇ। ਅੱਛਾ ਸੀ ਸਫ਼ਰ। ਔਰ ਮੈਨੂੰ ਸ਼ੁਰੂ ਤੋਂ ਆਈ ਵਾਸ ਫਿਟਨੈਸ ਫਰੀਕ, ਤੇ ਮੈਂ ਭੰਗੜਾ ਕੈਪਟਨ ਰਹੀ ਹਾਂ ਸਿੰਸ ਮਾਈ ਸਕੂਲ ਲਾਈਫ ਐਂਡ ਕਾਲਜ ਲਾਈਫ ਬੋਥ। ਮੈਂ ਹਰ ਇਵੈਂਟ ਤੇ ਸਾਡੇ ਭੰਗੜੇ ਦੀ ਟੀਮ ਮਤਲਬ ਪਰਫਾਰਮੈਂਸ ਦਿੰਦੀ ਸੀ। ਕਾਲਜ ਦੀ ਸਾਡੀ ਆਪਣੀ ਭੰਗੜਾ ਟੀਮ ਸੀ ਕੁੜੀਆਂ ਦੀ ਜੀ, ਤੇ ਮੈਂ ਵਾਸ ਵੈਰੀ ਐਕਟਿਵ। ਔਰ ਉਹਦੇ ਕਰਕੇ ਮੈਂ ਮਤਲਬ ਇਹ ਸੋਚਦੀ ਹੁੰਦੀ ਸੀ ਯੋਗਾ ਵੀ ਪ੍ਰੋਪਰ ਕਰਨਾ, ਸਾਰਾ ਕੁਝ ਹੈ ਨਾ, ਐਕਸਰਸਾਈਜ਼ਸ ਕਰਨੀਆਂ, ਐਰੋਬਿਕਸ, ਸਭ ਕੁਝ, ਮਤਲਬ ਆਈ ਵਾਸ ਕੁਆਇਟ ਐਕਟਿਵ। ਤੇ ਮੈਂ ਸੋਚਦੀ ਹੁੰਦੀ ਸੀ ਲੋਕ ਕਿ ਦੇਖਦੇ ਹੁੰਦੇ ਸੀ ਨਾ ਆਪਣੇ ਆਲੇ ਦੁਆਲੇ ਬਿਮਾਰੀਆਂ ਦੇਖਦੇ ਹੁੰਦੇ ਸੀ, ਤੇ ਮੈਂ ਸੋਚਣਾ ਲੋਕ ਪਤਾ ਨਹੀਂ ਕਿੱਦਾਂ ਬਿਮਾਰ ਹੋ ਜਾਂਦੇ ਆ, ਮੈਂ ਆਪਣੇ ਆਪ ਨੂੰ ਨਾ ਕਦੇ ਬਿਮਾਰ ਨਹੀਂ ਹੋਣ ਦਊਂਗੀ। ਜੀ ਜੀ। ਇਹ ਥਾਟ ਮੈਂ ਆਪਣੇ ਅੰਦਰ ਲੈਂਦੀ ਹੁੰਦੀ ਸੀ, ਮੈਂ ਆਪਣੇ ਆਪ ਨੂੰ ਕਦੇ ਬਿਮਾਰ ਨਹੀਂ ਹੋਣ ਦੇਣਾ, ਮੈਂ ਨਹੀਂ ਬਿਮਾਰ ਹੋ ਸਕਦੀ, ਮਤਲਬ ਆਈ ਐਮ ਸੋ ਫਿਟ, ਮਤਲਬ ਸਭ ਕੁਝ ਕਰਦੇ ਆ। ਜੀ ਜੀ ਜੀ। ਲੇਕਿਨ ਬਾਅਦ ਵਿੱਚ ਦੱਸਾਂਗੇ ਇਹਨਾਂ ਚੀਜ਼ਾਂ ਦੇ ਪਿੱਛੇ ਕੀ ਗੱਲਾਂ ਹੁੰਦੀਆਂ ਨੇ, ਕਿਹੜੀਆਂ ਛੋਟੀਆਂ ਗਲਤੀਆਂ ਹੁੰਦੀਆਂ ਨੇ ਜੋ ਅਸੀਂ ਕਰਦੇ ਆ ਸਭ ਕੁਝ ਠੀਕ ਹੁੰਦਿਆਂ ਕਿ ਫਿਰ ਵੀ ਅਸੀਂ ਕਿਸੇ ਨਾ ਕਿਸੇ ਬਿਮਾਰੀ ਦੇ ਗ੍ਰਸਤ ਹੋ ਜਾਂਦੇ ਆ। I was 25 age, 2012 ਦਾ ਟਾਈਮ, 2012 ਚ ਹੀ ਮੈਂ DRR ਬਣੀ ਆ। 2012 DRR ਬਣਨ ਤੋਂ ਪਹਿਲਾਂ ਫੈਬਰੂਰੀ ਦਾ ਲਾਸਟ ਸੀਗਾ ਜਾਂ ਕਹੋ ਮਾਰਚ ਦਾ ਫਰਸਟ ਵੀਕ ਸੀਗਾ। I was traveling from Gujarat to Jalandhar by train and ਮੇਰਾ ਉੱਪਰ ਵਾਲਾ ਬਰਥ ਸੀ and whenever ਮਤਲਬ ਜਦੋਂ ਮਾਰਨਿੰਗ ਉੱਠ ਕੇ ਜਦੋਂ ਮੈਂ ਸਟੈਪ ਡਾਊਨ ਕੀਤਾ, ਮੇਰੇ ਪੈਰਾਂ ਤੇ ਭਾਰ ਨਹੀਂ ਆਇਆ ਜੀ। ਮੇਰੇ ਮਤਲਬ ਪੈਰ ਉਸ ਤੋਂ ਇੱਕ ਹਫਤਾ ਪਹਿਲਾਂ ਪੂਰਾ ਮੈਨੂੰ ਡਾਇਰੀਆ ਹੋਇਆ ਸੀਗਾ, ਤੇ ਮੇਰੇ ਪੈਰਾਂ ਤੇ ਭਾਰ ਨਹੀਂ ਆਇਆ, ਮੇਰੀਆਂ ਉਂਗਲੀਆਂ ਸੁੱਜੀਆਂ ਹੋਈਆਂ ਸੀ, ਆਈ ਕੁਡਨਟ ਇਵਨ ਵੇਅਰ ਮਾਈ ਸ਼ੂਜ਼। ਤੇ ਮੈਨੂੰ ਲੱਗਿਆ ਕਿ ਚੱਲ ਹੋ ਸਕਦਾ ਹੈ ਵੀ ਜਿਹੜਾ ਇੱਕ ਹਫਤਾ ਡਾਇਰੀਆ ਹੋਇਆ ਉਹਦੇ ਕਰਕੇ ਕੋਈ ਪ੍ਰੋਬਲਮ ਹੋਏਗੀ, ਇਟਸ ਓਕੇ। ਮੈਨੂੰ ਬਹੁਤ ਜ਼ਿਆਦਾ ਤਕਲੀਫ ਹੋਈ, ਈਵਨ ਵਾਸ਼ਰੂਮ ਤੱਕ ਜਾਣ ਤੱਕ, ਐਂਡ ਆਈ ਕੇਮ ਬੈਕ। ਚਲੋ ਐਨੀ ਹਾਊ ਦੁਪਹਿਰ ਤੱਕ, ਸ਼ਾਮ ਤੱਕ ਘਰ ਪਹੁੰਚ ਗਏ। ਤੇ ਉਸ ਤੋਂ ਬਾਅਦ ਜਲੰਧਰ ਆਉਣ ਤੋਂ ਬਾਅਦ ਐਵਰੀ ਡੇ ਮਾਰਨਿੰਗ ਮੇਰੇ ਲਈ ਹਰ ਸਵੇਰ ਔਰ ਹਰ ਰਾਤ ਇੱਕ ਦਰਦ ਭਰੀ ਬੰਦੀ ਚਲੀ ਗਈ। ਜਦੋਂ ਸਵੇਰੇ ਉੱਠਣਾ, ਉੱਠ ਕੇ ਪੈਰ ਜਦੋਂ ਧਰਤੀ ਤੇ ਰੱਖਣੇ, ਪੈਰਾਂ ਤੇ ਖੜੇ ਨਹੀਂ ਹੋਣਾ, ਘੁਟਨਿਆਂ ਦੇ ਵਿੱਚ ਪਟਾਕੇ ਵੱਜਣੇ, ਬੈਠਣ ਲੱਗੇ ਵੀ ਸੋਚਣਾ ਪੈਂਦਾ ਸੀ ਹਾਏ ਹੁਣ ਬੈਠਣ ਲੱਗੇ ਦਰਦ ਹੋਏਗੀ, ਉੱਠਣ ਲੱਗੇ ਵੀ ਸੋਚਣਾ ਪੈਂਦਾ ਸੀ ਹੁਣ ਉੱਠਣਾ ਹੈ, ਉੱਠਣ ਲੱਗੇ ਵੀ ਪਟਾਕੇ ਵੱਜਣਗੇ, ਦੋਨੋਂ ਨੀਜ਼ ਦੇ ਵਿੱਚ ਪੇਨ ਹੋਏਗੀ, ਕਿਉਂਕਿ ਉਹ ਇੱਕ ਚੀਜ਼ ਜੀ ਨਿਕਲਦੀ, ਪੇਨ ਹੁੰਦੀ ਹੈ। ਸਮਝ ਕੁਛ ਨਹੀਂ ਸੀ ਆਂਦਾ ਵੀ ਹੋਇਆ ਕੀ ਹੈ। ਫਿਰ ਥੋੜੇ ਦਿਨ ਹੋ ਗਏ, ਮਤਲਬ 1-2 ਦਿਨ 3-4 ਦਿਨ ਹੋਰ ਵਧੇ, ਤਾਂ ਮੈਨੂੰ ਤਾਂ ਦੀਵਾਰ ਦਾ ਸਹਾਰਾ ਲੈ ਕੇ ਜਾਂ ਪੇਰੈਂਟਸ ਦਾ ਸਹਾਰਾ ਲੈ ਕੇ ਮੈਂ ਵਾਸ਼ਰੂਮ ਤੱਕ ਜਾਣਾ ਮਤਲਬ ਪਹੁੰਚਦੀ ਹੁੰਦੀ ਸੀ। ਇੰਨੀ ਟੈਰੀਬਲ ਪੇਨਸ ਹੁੰਦੀਆਂ ਸੀ, ਆਈ ਕੁਡਨਟ ਇਵਨ ਵਾਕ ਪ੍ਰੋਪਰਲੀ। ਮੇਰੇ ਸਾਰੇ ਟੀਚਰਸ, ਮੇਰੇ ਸਾਰੇ ਫਰੈਂਡਸ ਸਾਰੇ ਜਾਣਦੇ ਨੇ ਇਸ ਚੀਜ਼ ਨੂੰ ਅੱਛੀ ਤਰ੍ਹਾਂ, ਉਹਨਾਂ ਨੂੰ ਪਤਾ ਸੀਗਾ ਕਿ ਕਰਮ ਇਜ਼ ਨਾਟ ਵੈਲ। ਉਹ ਟਾਈਮ ਸੀਗਾ ਜਦੋਂ ਮੈਨੂੰ ਇੱਕ ਬਹੁਤ ਵੱਡਾ ਝਟਕਾ ਲੱਗਿਆ ਸੀ। ਮੈਂ ਕਿਹਾ ਕਿ ਮੈਂ ਤਾਂ ਸੋਚਦੀ ਹੁੰਦੀ ਸੀ ਕਿ ਮੈਨੂੰ ਤਾਂ ਕੁਝ ਹੋ ਨਹੀਂ ਸਕਦਾ, ਬਿਕੋਜ਼ ਆਈ ਐਮ ਕੰਪਲੀਟਲੀ ਫਿਟ, ਮੈਂ ਇੰਨੀ ਐਕਟਿਵ ਸੀ, ਬਾਸਕਟਬਾਲ, ਥਰੋਬਾਲ ਐਂਡ ਵਾਲੀਬਾਲ ਪਲੇਅਰ, ਦੈਨ ਭੰਗੜਾ ਕੈਪਟਨ, ਫਿਰ ਯੋਗਾ ਸਾਰਾ ਕਰਨਾ, ਐਂਡ ਡਾਈਟ ਵੀ ਬਹੁਤ ਅੱਛੀ ਹੁੰਦੀ ਸੀ। ਅੱਛਾ ਮਤਲਬ ਮੈਨੂੰ ਪਤਾ ਹੀ ਨਹੀਂ, ਪੰਜਾਬ ਦੀ ਆਪਣੇ ਸਭ ਦੀ ਡਾਈਟ ਬਹੁਤ ਅੱਛੀ ਹੁੰਦੀ ਹੈ ਤੇ ਕੋਈ ਕਮੀ ਨਹੀਂ ਕਿਸੇ ਤਰ੍ਹਾਂ ਦੀ, ਔਰ ਸਭ ਕੁਝ ਬਹੁਤ ਅੱਛਾ ਸੀਗਾ। ਫਿਰ ਮੋਰ ਓਵਰ ਆਈ ਵਾਜ਼ ਇਨਟੂ ਸਪਿਰਿਚੁਅਲਿਟੀ, ਆਈ ਵਾਜ਼ ਪ੍ਰੈਕਟਿਸਿੰਗ ਮੈਡੀਟੇਸ਼ਨ ਸਿੰਸ ਮਾਈ ਚਾਈਲਡਹੁਡ।
ਤੇ ਇਹ ਸਾਰੀਆਂ ਚੀਜ਼ਾਂ ਵੀ ਸੀ, ਵਿਲ ਪਾਵਰ ਵੀ ਅੱਛੀ ਸੀ, ਸਭ ਕੁਝ ਸੀ। ਕਿ ਜਦੋਂ ਇਹ ਪ੍ਰੋਬਲਮ ਹੋਈ, ਬਹੁਤ ਵੱਡਾ ਝਟਕਾ ਲੱਗਿਆ। ਸਭ ਤੋਂ ਪਹਿਲਾਂ ਤਾਂ ਇਹ ਹੋਇਆ ਕਿ ਅੱਛਾ ਹੁਣ ਮੈਂ ਭੰਗੜਾ ਨਹੀਂ ਕਰ ਪਾਉਂਗੀ ਜੀ ਜੀ, ਕਿਉਂਕਿ ਭੰਗੜਾ ਵਾਸ ਵੈਰੀ ਕਲੋਜ਼ ਟੂ ਮਾਈ ਹਾਰਟ ਸਿੰਸ ਮਾਈ ਚਾਈਲਡਹੁੱਡ। ਸੈਕੰਡਲੀ ਮੈਂ ਪਲੇਅਰ ਸੀ, ਸਪੋਰਟਸ ਵਿੱਚ ਸੀ, ਤਾਂ ਹੁਣ ਮੈਂ ਕਦੇ ਦੌੜ ਵੀ ਨਹੀਂ ਸਕਦੀ ਬਿਕੋਜ਼ ਜਦੋਂ ਉੱਠਣਾ ਬੈਠਣਾ ਬੰਦ ਹੋ ਜਾਏ, ਜੀ ਜੀ, ਬਾਕੀ ਗੱਲਾਂ ਤਾਂ ਬੜੀਆਂ ਦੂਰ ਦੀਆਂ ਨੇ। ਉਹ ਬਹੁਤ ਝੰਜੋੜ ਗਿਆ ਮੇਰੇ ਦਿਲ ਨੂੰ, ਬਹੁਤ ਲੱਗ ਗਈ ਦਿਲ ਨੂੰ ਉਹ ਗੱਲ। ਤੇ ਚਲੋ ਇੱਕ ਤੋਂ ਬਾਅਦ ਇੱਕ, ਕਦੇ ਇਸ ਹਸਪੀਟਲ, ਕਦੇ ਉਸ ਹਸਪੀਟਲ, ਕਦੇ ਇਸ ਡਾਕਟਰ ਕੋਲ, ਕਦੇ ਉਸ ਡਾਕਟਰ ਕੋਲ, ਆਹ ਵਾਲਾ ਟੈਸਟ ਕਰਾ ਲਓ, ਉਹ ਟੈਸਟ ਕਰਾ ਲਓ, ਬੋਨ ਡੈਂਸਿਟੀ, ਹੀਮੋਗਲੋबिन, ਸਾਰਾ ब्लड काउंट सारा हो गया, कैल्शियम्स हो गए, विटामिन्स हो गए, सारा कुछ चेक करा लिया। एलर्जीज भी देख लिया भी बहुत ने, एलर्जीज के भी टेस्ट हुए काफी, इन्ना कुछ होया पर पता फिर ना लगे। B12 के टेस्ट हुए। लास्ट में आके मेरे साडे जेडे डॉक्टर मठारू है थे न्यूजॉल मार्केट दे कोल, उन्होंने कहा बच्चे घर च किसी नूं गठिया है। मैं कहा हाँ जी मेरे मदर नूं हैगी है प्रॉब्लम, मेरे मामा जी नूं भी ये प्रॉब्लम सी। तो कहंदे एक बार अपना गठिया दा टेस्ट कराओ। डॉक्टर तो 25 दी एज ते ये सुनना भी एक यंग नूं बहुत मुश्किल लगता है कि मतलब सच अ बिग थिंग। ओके ठीक है, भाई चलो ठीक है, करवाया टेस्ट और पॉजिटिव निकलिया, RA फैक्टर पॉजिटिव एंड क्वांटिटी अराउंड 32 के आसपास सीगी, 30-40 के आसपास सीगी एंड 20-25 के आसपास मेरा ESR सीगा। इन्फेक्शन दे करके ESR आंदा है। ते अंकल ने कहा कि मैं एक गोली लिख के दूंगा जो आस्ट्रेलिया अमेरिका दे विच बिगनर्स ਨੂੰ ਦਿੱਤੀ ਜਾਂਦੀ ਹੈ बिकॉज ही इज ਉਹਨਾਂ ਨੇ ਸਾਰੀ ਆਪਣੀ ਮੈਡੀਕਲ ਸਟੱਡੀ ਅਮਰੀਕਾ ਤੋਂ ਕੀਤੀ ਹੈ। ਐਰੋਮੈਕਟ ਵਾਸ ਦ ਟੈਬਲੇਟ, ਅਸੀਂ ਸਰਚ ਵੀ ਕਰ ਸਕਦੇ ਹਾਂ। ਐਰੋਮੈਕਟ ਉਹਨਾਂ ਨੇ ਲਿਖ ਕੇ ਦਿੱਤੀ, ਮੈਂ 1 ਮਹੀਨਾ ਖਾਧੀ। ਉਹਨੂੰ ਖਾਣ ਤੋਂ ਬਾਅਦ ਮੇਰੇ ESR ਵੀ ਵੱਧ ਗਿਆ, 60 ਤੇ ਪਹੁੰਚ ਗਿਆ, RA ਫੈਕਟਰ 90 ਤੇ ਪਹੁੰਚ ਗਿਆ ਜੀ। एंड प्रॉब्लम वधी चली गई, पेन्स वधियां चलियां गईयां और किसी भी तरह का कोई रिलीफ का मतलब ही नहीं सी। जी जी। फिर अंकल ने खुद ही कह दिता, डॉक्टर साहब ने खुद ही क्या कहते कि बच्चे एलोपैथी आर्थराइटिस का कोई इलाज नहीं है, डोंट गो फॉर एलोपैथी, बाकी तू जो करना कर ले, तू होम्योपैथी खा ले, आयुर्वेदा ट्राई कर ले, रामदेव वाला सब ट्राई कर ले, कुछ भी कर लो, किसी वैद नु देख लो, बट डोंट गो फॉर एलोपैथी। ही वाज अ जेंटलमैन, ही वाज अ जेन्युइन पर्सन, उन्होंने मैनू गाइड कर दिता। नहीं तो यूजुअली की हुंदा रोमेटोलॉजिस्ट को भेजदे ने, रोमेटोलॉजिस्ट की करदे ने वो जो उन्होंने स्टडी की थी उन्हां दा कसूर नहीं है, जो पढ़िया है वो दसणगे। ओ स्टीरॉइड्स, पेन किलर्स एंड कैल्शियम्स एंड आयरन्स और यही सब चीज़ां दिंदे ने। इंप्रूवमेंट तो किते नहीं हुंदी, पर बल्कि बंदे दा होर किडनीज एंड लिवर और होर सारा कुछ बड़ा डैमेज हो जाता है, बंदा पहले नालों भी जाता है, ते जिंदगी जो है वो जीण लायक ही नहीं रहती, दर्दां दे विच सारी उम्र कट जाती है, चले जाते हैं। किदां दे दिन जेडे निकलदे सी उस दिन, उस टाइम पे अगर मैं रिमाइंड करा सारा कुछ ते बहुत ही दर्द भरे दिन सी। मतलब वो दर्द दिखाया नहीं जा सकता। अगर मैनू ये पता हुंदा कि इस दुनिया ते कोई है जो सही इलाज कर सकता है, तो शायद मैं अपने उन्हां दिनां दी भी वीडियोस रख लैंदी कि तक अज लोकां नूं दिखाउण च मदद मिलदी। पर मैं वो सीन दिखा नहीं सकती। शायद तुसी मेरे फीलिंग्स तो, मेरे अपने पर्सनल एक्सपीरियंस तो फील कर सकते हो। 25 दी एज तो लैके 32 दी एज तक, आई एम 33 नाउ, 8 साल का सफर जिहड़ा निकलिया है बहुत दर्द भरिया सी। मेनली 6 साल तो बहुत ज्यादा, 6-7 साल, 7 years जेडे से लाइफ थे 24 ऑनवर्ड, 2012 तो लेके 2019 तक दा जेड़ा सफर है बहुत दर्द भरिया, मुश्किल निकलिया। और किस तरह की प्रॉब्लम हुंदी सी, सुबह सुत्ते उठ के जदों सुत्ते उठदे आ, मॉर्निंग एंड नाइट्स सब तो ज्यादा टफ हुंदियां सीगियां, बिकॉज आर्थराइटिस एंड वायु दा जोड़ा प्रकोप है वो मॉर्निंग एंड इवनिंग्स विच ज्यादा हुंदा है, और उस टाइम ते दर्द भी वध जाती है। दर्द बदन दे करके साडी बॉडी स्टिफ हो जाती है, तो उंगलियां नहीं सी मुड़दियां हुंदियां जी। मेरे हाथ जेड़े ने ऐदा नहीं सी पूरे काले हो जाते सी, बिकॉज मैं चलो मैं दसदी हां एक एक करके मतलब कितना हुंदा गया कि पहला तो हाथ नहीं सी प्रॉपर मुड़दे, मैनू पैरों तो शुरू होया सी, मेरे फिंगर्स मोटियां हो सारी जॉइंट्स स्वेल हो जाते सी, कि मेरे फ्रिंजेस सारे एंड एड़ियां च दर्द हुंदी सी,
ਪੱਬਾਂ 'ਚ ਦਰਦ ਹੁੰਦੀ ਸੀ, ਭਾਰ ਨਹੀਂ ਸੀ ਆਉਂਦਾ ਹੁੰਦਾ। ਫਿਰ ਉਸ ਤੋਂ ਬਾਅਦ ਹੌਲੀ ਹੌਲੀ ਨੀਜ਼ ਤੇ ਆਇਆ, ਗੋਡਿਆਂ ਵਿੱਚ ਦਰਦ ਹੋਣੀ, ਇੱਥੇ ਪਟਾਕੇ ਵੱਜਣੇ, ਇੱਥੇ ਸਵੈਲਿੰਗ ਹੋ ਗਈ। ਫਿਰ ਉਸ ਤੋਂ ਬਾਅਦ ਰੱਬ ਦਾ ਸ਼ੁਕਰ ਹੈ ਕਿ ਐਟਲੀਸਟ ਮੈਨੂੰ ਬੈਕਬੋਨ ਤੇ ਮੇਰਾ ਮਤਲਬ ਹਿਪ ਜੁਆਇੰਟ ਹੈ, ਇਹਨੂੰ ਅਫੈਕਟ ਨਹੀਂ ਸੀ ਹੋਇਆ। ਉਸ ਤੋਂ ਬਾਅਦ ਮੇਰੇ ਸ਼ੋਲਡਰਸ ਤੇ ਆਇਆ, ਐਲਬੋਜ਼ ਐਂਡ ਰਿਸਟ ਜੁਆਇੰਟਸ ਦੋਨੋਂ, ਫਿੰਗਰਸ, ਇਹ ਸਾਰੇ ਫ੍ਰਿੰਜਸ ਜਿੰਨੇ ਲਿਗਾਮੈਂਟਸ ਹੈਗੇ ਆ, ਸਭ ਜਗ੍ਹਾ ਮੈਨੂੰ ਪੇਨਸ ਹੁੰਦੀਆਂ ਸੀ, ਸਭ ਜਗ੍ਹਾ ਸਵੈਲਿੰਗ ਹੋ ਗਈ ਸੀ। ਆ ਜਿੰਨੀਆਂ ਵੀ ਗੱਠਾਂ ਹੁੰਦੀਆਂ ਨੇ ਆਪਣੀਆਂ, ਇਹ ਸਾਰੀਆਂ ਮੋਟੀਆਂ ਸੋਚ ਕੇ ਜਾਂਦੀਆਂ ਸੀ। ਐਂਡ ਸਭ ਤੋਂ ਵੱਡਾ ਪੀਰੀਅਡ ਸੀਗਾ, ਅਸੀਂ ਲਿਖਣਾ ਮਤਲਬ ਰਾਈਟ ਹੈਂਡਡ ਤੇ ਰਾਈਟ ਹੈਂਡ ਨਾਲ ਲਿਖਣਾ ਹੁੰਦਾ ਹੈ। ਮੇਰਾ ਆ ਜਿਹੜਾ ਜੁਆਇੰਟ ਹੈ ਫਸਟ ਥੰਬ, ਇਹ ਇੰਨਾ ਵੱਡਾ ਹੋ ਜਾਂਦਾ ਸੀਗਾ, ਇੰਨਾ ਵੱਡਾ ਸੁੱਜ ਜਾਂਦਾ ਸੀ ਕਿ ਮੇਰੇ ਕੋਲ ਪੈਨ ਪਕੜ ਕੇ ਲਿਖਿਆ ਵੀ ਨਹੀਂ ਸੀ ਜਾਂਦਾ। ਵਿਦਆਊਟ ਹੈਵਿੰਗ ਅ ਪੇਨ ਕਿਲਰ ਆਈ ਕੁਡਨਟ ਇਵਨ ਰਾਈਟ ਮਾਈ ਐਗਜ਼ਾਮਸ। ਮੈਂ ਪੇਨ ਕਿਲਰਸ ਨੂੰ ਬਹੁਤ ਅਵੋਇਡ ਕੀਤਾ ਹੈ, ਸ਼ਾਇਦ ਤਾਈਓ ਥੋੜਾ ਬਚੇ ਹੋਏ ਆ। ਮੈਂ ਮਤਲਬ ਕਿ ਸਿਰਫ ਪੇਨ ਕਿਲਰਸ ਦਾ ਸਹਾਰਾ ਲਿਆ ਡਿਊਰਿੰਗ ਮਾਈ ਐਮਕॉम ਦੇ ਜਿਹੜੇ ਫਾਈਨਲ ਐਗਜ਼ਾਮਸ ਹੈ। ਮੇਰੀ ਹਾਲਤ ਐਸੀ ਹੁੰਦੀ ਸੀ, ਆਈ ਵਾਸ ਮਤਲਬ ਮੈਨੂੰ ਇਹ ਨਹੀਂ ਸੀ ਹੁੰਦਾ, ਮੇਰੇ ਸਭ ਨੂੰ ਪਤਾ ਹੁੰਦਾ ਸੀ ਕਿ ਕਰਮ ਇਜ਼ ਨਾਟ ਵੈਲ, ਉਹਨੂੰ ਆਰਥਰਾਈਟਿਸ ਹੈ। ਮਾਈ ਟੀਚਰਸ ਵਰ ਵੈਰੀ ਸਪੋਰਟਿਵ, ਸਾਰੇ ਬਹੁਤ ਪਿਆਰ ਕਰਦੇ ਸੀ। ਔਰ ਦਿਲੋਂ ਥੈਂਕਸ ਕਰਨਾ ਚਾਹੂੰਗੀ ਆਪਣੇ ਸਾਰੇ ਟੀਚਰਸ ਦਾ ਔਰ ਮੇਰੇ ਮਤਲਬ ਕਿ ਫਰੈਂਡਸ ਦਾ, ਕਿ ਜਦੋਂ ਮੈਂ ਮਤਲਬ ਸੀ ਦ ਡਿਪੈਂਡੈਂਸੀ, ਮਤਲਬ ਮੈਂ ਤੁਹਾਨੂੰ ਮਹਿਸੂਸ ਕਰਾਉਣਾ ਚਾਹੁੰਦੀ ਹਾਂ ਉਹ ਡਿਪੈਂਡੈਂਸੀ, ਕਿ ਇੱਕ ਵਿਅਕਤੀ ਜੋ ਆਪਣੀ ਲਾਈਫ 'ਚ ਕੰਪਲੀਟਲੀ ਐਕਟਿਵ ਹੈ। ਔਰ ਉਹ ਐਸਾ ਟਾਈਮ ਸੀ ਕਿ ਆਈ ਕੁਡਨਟ ਇਵਨ ਡਰਾਈਵ ਮਾਈ ਐਕਟਿਵਾ ਔਰ ਡਰਾਈਵ ਅ ਕਾਰ। ਮੈਨੂੰ ਪਾਪਾ ਛੱਡ ਕੇ ਆਉਂਦੇ ਹੁੰਦੇ ਸੀਗੇ, ਮੇਰਾ ਬੈਗ ਵੀ ਮੈਂ ਨਹੀਂ ਸੀ ਹੈਂਡਲ ਕਰ ਸਕਦੀ ਬਿਕੋਜ਼ ਸ਼ੋਲਡਰਸ ਤੇ ਸ਼ੋਲਡਰ ਜੁਆਇੰਟਸ ਤੇ ਪੇਨ ਹੁੰਦੀ ਸੀ, ਮਸਲਸ ਵੀ ਖਿੱਚਦੇ ਸੀਗੇ। ਐਂਡ ਮੈਂ ਪਹੁੰਚ ਕੇ ਕਾਲ ਕਰਦੀ ਹੁੰਦੀ ਸੀ। ਉਸ ਟਾਈਮ ਤੇ ਸਾਡਾ ਕਾਲਜ ਦਾ ਨਵੀਂ ਬਿਲਡਿੰਗ ਬਣਨ ਕਰਕੇ ਕਾਮਰਸ ਡਿਪਾਰਟਮੈਂਟ ਫਰਸਟ ਫਲੋਰ ਤੋਂ 5th ਫਲੋਰ ਤੇ ਸ਼ਿਫਟ ਹੋ ਗਿਆ ਸੀ। ਹੋਰ ਮੁਸ਼ਕਿਲ ਪੜਾਓ ਸੀਗਾ ਇੱਕ, ਮਤਲਬ ਉੱਥੇ ਕੋਈ ਲਿਫਟ ਨਹੀਂ ਸੀ। ਐਂਡ ਆਈ ਵਾਸ ਲਾਈਕ ਓ ਮਾਈ ਗॉड, 2011 ਤੱਕ ਤਾਂ ਕਾਮਰਸ ਡਿਪਾਰਟਮੈਂਟ ਨੀਚੇ ਹੀ ਫਰਸਟ ਫਲੋਰ ਤੇ ਸੀਗਾ, ਔਰ ਹੁਣ ਇਹ 5th ਫਲੋਰ ਤੇ ਪਹੁੰਚ ਗਿਆ, ਉਹ ਵੀ ਵੱਡੀ ਵਾਲੀ ਬਿਲਡਿੰਗ ਦੇ ਵਿੱਚ। ਥੋੜਾ ਟਫ ਲੱਗਦਾ ਹੁੰਦਾ ਸੀ, ਚੈਲੰਜਿੰਗ ਟਾਈਮ ਸੀਗਾ, ਔਰ ਇਟ ਵਾਸ ਐਮਕॉम ਫਾਈਨਲ ਈਅਰ। ਤੇ उस टाइम पे मैं पहुंच के टीचर्स ਨੂੰ ਕਾਲ ਕਰਨਾ ਕਿ ਮੈਮ ਕਿਸੇ ਬੱਚੇ ਨੂੰ ਭੇਜ ਦਿਓ, तो my friends would come, ਉਹ ਆ ਕੇ ਮੈਨੂੰ ਸਹਾਰਾ ਦੇ ਕੇ ਪਕੜ ਕੇ ਲੈ ਕੇ ਜਾਂਦੇ ਹੁੰਦੇ ਸੀਗੇ। ਐਂਡ ਆਈ ਵੁੱਡ ਵਾਕ ਲਾਈਕ ਐਨ 올ਡ ਮੈਨ, ਜਿਵੇਂ ਇੱਕ 올ਡ ਵੂਮਨ 올ਡ ਪਰਸਨ ਤੁਰਦਾ ਹੈ ਨਾ, ਇਦਾਂ ਹੌਲੀ ਸਟੈਪ ਰੱਖ ਕੇ ਮੈਂ ਇਦਾਂ ਤੁਰ ਕੇ ਜਾਂਦੀ ਸੀ। ਬਿਕੋਜ਼ ਹਰ ਇੱਕ ਕਦਮ ਰੱਖਣ 'ਚ ਪੈਰਾਂ 'ਚ ਦਰਦ ਹੁੰਦੀ ਸੀ, ਹਰ ਕਦਮ ਰੱਖਣ 'ਚ ਦਰਦ ਹੁੰਦੀ ਸੀ। ਉਹ ਪੇਨ ਦੇਖਿਆ ਹੈ ਮੈਂ ਪੂਰੇ 6 ਇਅਰਸ, ਐਸਾ ਵਾਲਾ ਪੇਨ ਦੇਖਿਆ ਹੈ, ਹਰ ਕਦਮ ਰੱਖਣ ਲੱਗਿਆ ਦਰਦ ਹੋਣੀ। ਤੇ ਉੱਪਰ ਜਾ ਕੇ ਚਲੋ ਫਿਰ ਕਲਾਸ ਵਿੱਚ, ਐਂਡ ਉਸ ਟਾਈਮ ਤੇ ਆਈ ਵਾਸ ਇਵਨ ਟੇਕਿੰਗ ਅ ਟ੍ਰੀਟਮੈਂਟ ਆਫ ਐਕਿਊਪ੍ਰੈਸ਼ਰ ਐਂਡ ਸੁਜੋਗ ਥੈਰੇਪੀ। ਮੈਂ ਥੈਰੇਪੀਜ਼ ਕੋਈ ਛੱਡਿਆ ਨਹੀਂ ਲਾਈਫ ਦੇ ਵਿੱਚ, ਇਸ ਬਿਮਾਰੀ ਨੂੰ ਦੇਖਣ ਤੋਂ ਬਾਅਦ ਕੋਈ ਉਪਾਅ ਨਹੀਂ ਛੱਡਿਆ। ਕਹਿੰਦੇ ਸੀਗੇ ਕਿ ਸੁਜੋਗ ਥੈਰੇਪੀ ਹੈ, ਦੈਟ ਇਜ਼ ਕਲਰ ਥੈਰੇਪੀ, ਕਿਉਂਕਿ ਸਾਡੀ ਬਾਡੀ ਕਲਰਸ ਦੀ ਬਣੀ ਹੋਈ ਹੈ। मतलब our body has colors, 7 colors हैं हमारी बॉडी में। तो वो जो ਜਿਹੜੇ 7 colors ਹੈਗੇ ਆ, ਸਾਡੀ ਸਾਰੀ ਬॉडी 7 ਚਕਰਾਸ ਦੇ ਨਾਲ ਐਸੋਸੀਏਟਡ ਹੈ, from ਸਹਸਤਰਾਰ ਚੱਕਰ to ਮੂਲਾਧਾਰ ਚੱਕਰ। ਤੇ ਉਹ 7 ਚਕਰਾਸ, 7 ਕਲਰਸ ਐਂਡ 7 ਡਿਵਾਈਨ ਵੈਲਿਊਜ਼, ਉਹਨਾਂ ਸਾਰਿਆਂ ਦੇ ਨਾਲ ਜਿਹੜਾ ਜੁੜਾਵ ਹੈ, ਤੇ ਉਹ ਕਲਰਸ ਨਾਲ ਸਾਡਾ ਟ੍ਰੀਟਮੈਂਟ ਕਰਦੇ ਹੈ ਜੀ। ਮੈਂ 4-5 ਤਰ੍ਹਾਂ ਦੇ ਮਾਰਕਰਸ ਹਰ ਵੇਲੇ ਨਾਲ ਰੱਖ ਦਿੰਦੀ ਸੀ, ਆਪਣੇ ਉਹ ਪੁਆਇੰਟਸ ਡਾਰਕ ਹੀ ਕਰੀ ਜਾਣੇ, ਤੇ ਰੈੱਡ ਲਾਣਾ ਹੈ, ਤੇ ਗ੍ਰੀਨ ਲਾਣਾ ਹੈ, ਤੇ ਬਲੈਕ ਲਾਣਾ ਹੈ। ਤੇ ਹੋਣ ਦੇ ਇੱਕ ਮਤਲਬ ਕਿ ਇੱਕ ਕੰਮ ਚੱਲਦਾ ਰਹਿੰਦਾ ਹੁੰਦਾ ਸੀਗਾ, ਸਭ ਨੂੰ ਪਤਾ ਸੀ, ਮੇਰੇ ਟੀਚਰਸ ਨੂੰ ਪਤਾ ਸੀ, ਐਂਡ ਦੇ ਵੁੱਡ ਸੀ ਮੀ ਡੂਇੰਗ ਇਟ। ਤੇ ਫਿਰ ਸ਼ਾਮ ਨੂੰ ਆ ਕੇ ਇੰਨੀ ਦੂਰ 6 to 7 ਕਿਲੋਮੀਟਰਸ ਪੈਂਦਾ ਹੈ ਮੇਰੇ ਘਰ ਤੋਂ, ਆਈ ਵੁੱਡ ਗੋ, ਮੈਨੂੰ ਲੈ ਕੇ ਜਾਂਦੇ ਹੁੰਦੇ ਸੀ ਪਾਪਾ। ਐਂਡ ਉੱਥੇ ਜਾ ਕੇ 1-2 ਘੰਟਾ ਵੇਟ ਕਰਨੀ, ਫਿਰ ਆਪਣਾ ਐਕਿਊਪ੍ਰੈਸ਼ਰ ਕਰਵਾ ਕੇ ਫਿਰ ਵਾਪਿਸ ਆਣਾ। ਐਂਡ ਐਕਿਊਪ੍ਰੈਸ਼ਰ ਦੇ ਨਾਲ, ਸੁਜੋਗ ਥੈਰੇਪੀ ਦੇ ਨਾਲ ਉਹ ਬੀਡਸ ਬੰਨ੍ਹਦੇ ਹੁੰਦੇ ਸੀ, ਦਾਲਾਂ ਬੰਨ੍ਹਦੇ ਹੁੰਦੇ ਸੀ। ਤਾਂ ਮੇਰੇ ਜਿਹੜੇ ਆ ਜੁਆਇੰਟਸ ਹੈਗੇ ਆ, ਜਿਹੜੇ ਸਮਾਲ ਜੁਆਇੰਟਸ ਹੈਗੇ ਆ, ਇਹਨਾਂ ਸਾਰਿਆਂ ਦੇ ਜਿੱਥੇ ਦਾਣੇ ਬੰਨ੍ਹਦੇ ਹੁੰਦੇ ਸੀ, ਇਹ ਸਾਰੇ ਨੀਲ ਪੈ ਕੇ ਕਾਲੇ ਹੋ ਜਾਂਦੇ ਸੀ। ਇੱਕ ਉਹਦਾ ਦਰਦ, ਇੱਕ ਉਹ ਜਿਹੜਾ ਦਾਣਾ ਬੰਨਿਆ ਹੋਇਆ ਉਹਦਾ ਅਲੱਗ ਤੋਂ ਦਰਦ। ਫਿਰ ਅਗਰ ਬੰਨੀ ਹੋਏ ਦੇ ਨਾਲ ਤੁਸੀਂ ਏਦਾਂ ਮੂਵਮੈਂਟ ਕਰ ਰਹੇ ਹੋ ਤਾਂ ਮੂਵਮੈਂਟ ਕਰਨਾ ਖਿਚਾਵ ਪੈਂਦਾ ਸੀ, ਇੱਕ ਹੋਰ ਦਰਦ। ਇੰਨਾ ਮਤਲਬ ਕਿ ਉਹ ਟੈਰੇਬਲ ਸੀਗਾ ਸਾਰਾ ਸਫਰ। ਚਲੋ ਦੇਖਦੇ ਗਏ, ਐਂਡ ਆਈ ਵਾਸ ਇਨਟੂ ਕਿ ਠੀਕ ਹੈ, ਹੋ ਰਿਹਾ ਹੈ। ਫਿਰ ਮੈਂ ਇਹਦੇ ਬਾਰੇ ਸਟੱਡੀ ਕਰਨਾ ਸ਼ੁਰੂ ਕੀਤਾ, ਨੈਟ ਤੇ ਜਿੱਥੇ ਵੀ ਪੜਿਆ, ਅਲੱਗ-ਅਲੱਗ ਆਰਗੇਨਾਈਜੇਸ਼ਨਸ ਜਿੰਨੀਆਂ ਵੀ ਆ ਮੈਡੀਕਲ ਐਸੋਸੀਏਸ਼ਨਸ ਬਣੀਆਂ ਹੋਈਆਂ, ਸਭ ਜਗ੍ਹਾ ਪੜ੍ਹ ਲਿਆ, ਡਾਕਟਰਸ ਨੂੰ, ਰੋਮਟੋਲੋਜਿਸਟ ਨੂੰ,
there is no cure of arthritis. There is no cure of our rheumatoid arthritis. You can only manage it. ਕੋਈ ਕਹਿੰਦਾ ਐਨੀਮਾ ਕਰੋ, ਕੋਈ ਕਹਿੰਦਾ ਕੁਝ ਕਰੋ, ਇਹ ਕਰੋ ਉਹ ਕਰੋ। ਔਰ ਜਦੋਂ ਅਸੀਂ ਆਪਣੀ ਸਿੱਖਿਆ ਪ੍ਰਣਾਲੀ ਦੇ ਵਿੱਚ ਕਦੇ ਬੋਡੀ ਦੇ ਬਾਰੇ ਕੁਝ ਸਿੱਖਿਆ ਹੀ ਨਹੀਂ ਹੈ, ਸਾਨੂੰ ਪਤਾ ਵੀ ਕੀ ਹੋਵੇਗਾ ਕਿ ਕੀ ਕਰਨਾ ਹੈ, ਕੀ ਖਾਣਾ ਹੈ ਤੇ ਕੀ ਨਹੀਂ ਖਾਣਾ, ਕੀ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ, ਆਪਣੀ ਕੇਅਰ ਕਿੱਦਾਂ ਕਰਨੀ ਚਾਹੀਦੀ ਹੈ। there is no knowledge in our education system। ਬਲਕਿ ਇੱਥੇ ਮੈਂ ਇਹ ਕਹਿਣਾ ਚਾਹੂੰਗੀ ਰੁਕ ਕੇ ਕਿ ਅਗਰ ਸਾਡੇ ਐਜੂਕੇਸ਼ਨ ਸਿਸਟਮ ਦੇ ਵਿੱਚ ਬਚਪਨ ਤੋਂ ਹੀ ਬੱਚਿਆਂ ਨੂੰ ਖਾਣ ਪੀਣ, ਰਹਿਣ ਸਹਿਣ, ਲਾਈਫ ਸਟਾਈਲ ਔਰ ਸਰੀਰ ਦਾ ਗਿਆਨ ਦਿੱਤਾ ਜਾਏ, ਕੁਝ ਆਯੁਰਵੇਦ ਦਾ ਗਿਆਨ ਦਿੱਤਾ ਜਾਏ, ਤਾਂ ਸ਼ਾਇਦ ਸਾਡੇ ਬੱਚੇ, ਸ਼ਾਇਦ ਨਹੀਂ, ਇੰਨਾ ਗਾਰੰਟੀ ਹੈ ਕਿ ਸਾਡੇ ਬੱਚਿਆਂ ਨੂੰ ਉਹ ਬਿਮਾਰੀਆਂ ਨਹੀਂ ਹੋਣਗੀਆਂ ਜੋ ਅੱਜ ਦੇ ਲੋਕ ਭੁਗਤ ਰਹੇ ਨੇ। ਜੀ ਜੀ। ਤੇ ਇਸ ਚੀਜ਼ ਦੀ ਕਮੀ ਹੋਣ ਕਰਕੇ ਕੁਝ ਪਤਾ ਦੱਸ ਹੀ ਨਹੀਂ, ਜਿਹਨੇ ਜੋ ਕਹਿਤਾ ਉਹੀ ਕਰਨਾ ਸ਼ੁਰੂ ਕਰ ਲਿਆ। ਕੋਈ ਨੈਚੁਰੋਪੈਥੀ ਵਾਲਾ ਆਇਆ, ਉਹਨੇ ਮੈਨੂੰ ਜੋ ਦੱਸਿਆ ਮੈਂ ਉਹ ਕਰ ਲਿਆ, ਫਿਜ਼ੀਓਥੈਰੇਪੀ ਕਰਵਾ ਲਈ, ਐਕਿਊਪ੍ਰੈਸ਼ਰਸ ਕਰਵਾ ਲਏ, ਮਸਾਜਸ ਕਰਵਾ ਲਈਆਂ, ਪੰਚਕਰਮਾ ਕਰਵਾ ਲਿਆ। ਮੈਂ ਕੋਈ ਚੀਜ਼ ਛੱਡੀ ਨਹੀਂ ਇਸ ਉਹਦੇ ਟਾਈਮ ਪੀਰੀਅਡ ਦੇ ਵਿੱਚ, ਸਭ ਕੁਝ ਕਰਵਾਇਆ, ਹਰ ਚੀਜ਼ ਨੂੰ ਪ੍ਰੈਕਟਿਸ ਕੀਤਾ ਹਾਰ ਕੇ। ਇਹ ਚੀਜ਼ਾਂ ਮੇਰੀਆਂ ਚੱਲੀਆਂ 1 ਸਾਲ। 1 ਸਾਲ ਤੋਂ ਬਾਅਦ ਮੈਂ ਪ੍ਰਣ ਕਰ ਲਿਆ ਸੀ ਕਿ ਮੈਂ ਨਾ ਤਾਂ ਕੋਈ ਦਵਾਈ ਖਾਣੀ ਹੈ, ਮੈਂ ਆਯੁਰਵੈਦਿਕ ਮੈਡੀਸਿਨ ਵੀ, ਗੁਜਰਾਤ ਤੇ ਇੱਕ ਵੈਦ ਹੈ, ਉਹਨਾਂ ਦੀ ਮੈਡੀਸਿਨ ਖਾਦੀ ਹੈ 4 ਮੰਥਸ ਲਗਾਤਾਰ, ਤਾਂ ਵੀ ਮੇਰੇ ਦਰਦ ਵਿੱਚ 19-21 ਦਾ ਵੀ ਫਰਕ ਨਹੀਂ ਸੀ ਹੋਇਆ। ਜੀ ਜੀ। ਖਾਣ ਵਾਲੀਆਂ ਦਵਾਈਆਂ ਬਹੁਤ ਜ਼ਿਆਦਾ ਔਰ ਫਰਕ ਜ਼ੀਰੋ। तो मतलब मैं ਹੁੰਦਾ ਸੀ ਕਿ ਸਭ ਕੁਝ ਹੀ ਫੇਲ ਹੁੰਦਾ ਜਾ ਰਿਹਾ ਹੈ। ਇਸ ਬਿਮਾਰੀ ਤੇ ਕੋਈ ਵੀ ਚੀਜ਼ ਅਸਰ ਨਹੀਂ ਕਰ ਰਹੀ, ਕੋਈ ਸਭ ਫੇਲ ਹੈ, ਸਭ ਥੈਰੇਪੀਆਂ ਫੇਲ ਹੈ। ਕਿਉਂਕਿ ਅਸਰ ਕਰਨ ਦਾ ਮਤਲਬ ਹੈ ਕਿ ਕਰਦੀਆਂ ਥੋੜੇ ਦੇਰ ਲਈ ਤੁਹਾਨੂੰ ਆਰਾਮ ਮਿਲ ਜਾਂਦਾ ਹੈ, ਥੋੜੇ ਦੇਰ ਲਈ ਤੁਸੀਂ ਠੀਕ ਹੋ ਜਾਂਦੇ ਹੋ, ਪਰ ਜਦੋਂ ਅਸਰ ਖਤਮ ਹੈ ਤੁਸੀਂ ਫੇਰ ਉਦਾਂ ਦੇ ਹੋ ਜਾਂਦੇ ਹੋ। ਹਰ ਸਵੇਰ, ਹਰ ਰਾਤ ਸਾਨੂੰ ਉਹ ਚੀਜ਼ ਦੇਖਣੀ ਪੈ ਰਹੀ ਹੈ। 24/7 365 days I was in pain। क्योंकि जब तक बॉडी चो आर्थराइटिस जाएगा नहीं, पेन भी जाएगी नहीं। पेन किदा जाएगी? या तो पेन किलर्स खा लो के ਉਹਨੂੰ ਦਬਾ ਲਓ, ਸਪਰੈਸ ਕਰ ਦੋ, ਜਾਂ ਫਿਰ ਤੁਸੀਂ ਦੂਸਰਾ ਹੋਰ ਕੀ ਕਰੋਗੇ ਤਾਂ ਪਤਾ ਹੀ ਨਹੀਂ ਸੀਗਾ। ਜੀ ਜੀ। ਥੋੜਾ ਬਹੁਤ ਹਾਂ ਸਿਕਾਈ ਕਰਕੇ ਆਰਾਮ ਆ ਜਾਂਦਾ ਸੀ, ਸਿਕਾਈ ਕਰਕੇ ਪੱਟੀਆਂ ਬੰਨੀ ਰੱਖਦੇ ਸੀਗੇ, ਇੱਥੇ ਬੈਂਡੇਜ, ਇੱਥੇ ਬੈਂਡੇਜ, ਸਭ ਜਗ੍ਹਾ ਗਰਮ ਕੱਪੜੇ ਬੰਨ ਕੇ ਉਹਨੂੰ ਹੀਟ ਦੇ ਕੇ ਆਪਣੇ ਆਪ ਨੂੰ ਪ੍ਰੋਟੈਕਟ ਕਰਦੇ ਹੁੰਦੇ ਸੀ। ਔਰ ਉਸ ਤੋਂ ਵੀ ਜ਼ਿਆਦਾ ਮੁਸ਼ਕਿਲ ਹੁੰਦਾ ਸੀਗਾ ਜਦੋਂ ਸਰਦੀਆਂ ਆਉਂਦੀਆਂ ਸੀ, ਬਿਕਾਜ਼ ਵਿੰਟਰ ਸੀਜ਼ਨਸ ਦੇ ਵਿੱਚ ਵਾਯੂ ਵੱਧਦੀ ਹੈ, ਬਾਹਰ ਠੰਡਾ ਮੌਸਮ ਹੁੰਦਾ ਹੈ, ਫਿਰ ਬੋਡੀ ਨੂੰ ਪ੍ਰੋਟੈਕਟ ਕਰਨਾ ਔਰ ਉਹਨੂੰ ਇੰਨਾ ਜ਼ਿਆਦਾ ਮੈਨੇਜ ਕਰਕੇ ਚਲਾਉਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਪੇਸ਼ੈਂਟ ਲਈ ਖੁਦ ਲਈ ਮੁਸ਼ਕਿਲ ਹੋ ਜਾਂਦਾ ਹੈ। ਸੋਚੋ ਕਿ ਯੰਗ ਬੱਚੇ ਦੇ ਪੇਰੈਂਟਸ ਨੂੰ ਦੇਖ ਕੇ ਕਿਸ ਤਰ੍ਹਾਂ ਦਾ ਫੀਲ ਹੁੰਦਾ ਹੋਏਗਾ। ਬੜਾ ਮੁਸ਼ਕਿਲ ਦੌਰ ਤੁਸੀਂ ਹੰਡਾਇਆ। ਹਾਂ, ਉਸ ਤੋਂ ਬਾਅਦ ਫਿਰ when I thought ਕਿ ਨਹੀਂ, ਹੁਣ ਤਾਂ ਮੈਂ ਮੈਡੀਟੇਸ਼ਨ, ਯੋਗਾ, ਐਂਡ ਇੱਕ ਚੀਜ਼ ਸੀ ਕਿ ਮੈਂ ਐਲੋਵੇਰਾ ਰੈਗੂਲਰ ਲੈਣੀ ਸ਼ੁਰੂ ਕੀਤੀ। ਉਸ ਟਾਈਮ ਤੇ ਕੁਦਰਤੀ ਸੀ ਕਿ ਰੋਡ ਟਰੈਕ ਦੇ ਵਿੱਚ ਮੈਂ DRR ਬਣ ਗਈ ਸੀ ਨਾ, ਜੂਨ ਆਨਵਰਡਸ, ਜੁਲਾਈ ਆਨਵਰਡਸ, ਤੇ ਦਸੰਬਰ ਔਰ ਜਨਵਰੀ ਦਾ ਜਿਹੜਾ 2013 ਹੈ ਸਾਡਾ ਫਾਸਟ ਕੰਮ ਸ਼ੁਰੂ ਹੋ ਗਿਆ ਸੀ। ਰੋਟਰੀ ਰੋਡ ਟਰੈਕ ਦਾ ਜਿਹੜਾ ਸਾਡੇ ਪ੍ਰੋਜੈਕਟਸ ਹੈ ਸਾਰੇ ਸ਼ੁਰੂ ਹੋ ਗਏ ਸੀ। ਤਾਂ ਇੱਥੇ ਮੈਂ ਇੱਕ ਧਿਆਨ ਖਿਚਵਾਉਣਾ ਚਾਹੂੰਗੀ ਤੁਹਾਡੇ ਸਾਰਿਆਂ ਦਾ ਕਿ ਸਾਡਾ ਮੈਂਟਲ ਲੈਵਲ ਸਭ ਤੋਂ ਜ਼ਿਆਦਾ ਕੰਮ ਕਰਦਾ ਹੈ ਇੱਕ ਡਿਜ਼ੀਜ਼ ਨੂੰ ਲੈ ਕੇ ਆਉਣ ਚ ਔਰ ਉਸ ਨੂੰ ਬਾਹਰ ਕੱਢਣ। ਜੀ ਬਿਲਕੁਲ। ਮੈਂਟਲ ਲੈਵਲ, ਜਦੋਂ ਮੇਰਾ ਮੈਂਟਲ ਲੈਵਲ ਸਾਰਾ ਦਾ ਸਾਰਾ ਫੋਕਸਡ ਹੋ ਗਿਆ ਟੂਵਰਡਸ ਦ ਪ੍ਰੋਜੈਕਟਸ ਆਫ ਰੋਟਰੈਕਟ ਐਂਡ ਯੂਥ ਦੇ ਨਾਲ ਕੰਮ ਕਰਨਾ, ਯੂਥ ਪਾਵਰ ਦੇ ਨਾਲ ਕੰਮ ਕਰਨਾ, ਉਸ ਟਾਈਮ ਮੇਰੀ ਬੋਡੀ ਦੇ ਵਿੱਚੋਂ ਆਰਥਰਾਈਟਿਸ ਸਬਸਾਈਡ ਹੋ ਗਿਆ ਸੀ। ਠੀਕ ਨਹੀਂ ਸੀ ਹੋਇਆ, ਸਬਸਾਈਡ ਹੋ ਗਿਆ ਸੀ, ਮੈਨੂੰ ਕੋਈ ਸਿੰਪਟਮ ਨਹੀਂ ਸੀਗੇ। ਜੀ ਜੀ। ਇੱਕ ਤਾਂ ਚਲੋ ਮੈਂ ਯੋਗਾ ਰੈਗੂਲਰ ਕਰ ਰਹੀ ਸੀ ਐਂਡ ਆਈ ਵਾਸ ਟੇਕਿੰਗ ਐਲੋਵੇਰਾ ਐਵਰੀ ਮਾਰਨਿੰਗ, और then I was doing our meditations and healing meditation, सतरंगी ध्यान सब कुछ करदी हुंदी सीगी, तो it was manageable। चलो ਉਹਦਾ ਵੀ ਮੈਨੂੰ ਫਾਇਦਾ ਮਿਲਿਆ ਐਂਡ ਡਾਈਟ ਵੀ ਥੋੜਾ ਦੇਖਣਾ ਸ਼ੁਰੂ ਕਰ ਲਿਆ ਸੀ ਮੈਂ ਕਿ ਕਿਸ ਤਰੀਕੇ ਦਾ ਡਾਈਟ ਹੋਣੀ ਚਾਹੀਦੀ ਹੈ, ਕੀ ਖਾਣਾ ਕੀ ਨਹੀਂ ਖਾਣਾ। ਜਿੰਨੀਆਂ ਵੀ ਚੀਜ਼ਾਂ ਆਰਥਰਾਈਟਿਸ ਨੂੰ ਨੁਕਸਾਨ ਕਰਦੀਆਂ, ਆਰਥਰਾਈਟਿਸ ਵਧਾਉਣ ਦੇ ਵਿੱਚ ਹੈਲਪ ਕਰਦੀਆਂ, ਮੈਂ ਉਹ ਸਾਰੀਆਂ ਬੰਦ ਕਰ ਦਿੱਤੀਆਂ ਸੀ। काले चने, चिट्टे चने, गोभी, अरबी, भिंडी, मतलब चावल, राजमा, कुछ भी नहीं। एंड I used to take only green vegetables, और ਉਹਦੇ ਚ ਵੀ ਸਭ ਤੋਂ ਜ਼ਿਆਦਾ I used to take लौकी, घिया, बॉटल गार्ड, बस लौकी घिया ਖਾਂਦੇ ਹੁੰਦੇ ਸੀਗੇ। तो एक 2-3 ਤਰ੍ਹਾਂ ਦੀਆਂ ਚੀਜ਼ਾਂ, ਫਿਰ ਆਪਣੇ ਵਿੱਚੋਂ ਥੋੜੀਆਂ ਜਿਹੀਆਂ ਚੀਜ਼ਾਂ ਕੱਢੀਆਂ, ਕੱਚੇ ਪਪੀਤੇ ਦੀ ਸਬਜ਼ੀ ਬਣਾ ਲਈ, ਛੋਟੇ ਐਪਲਸ ਹੁੰਦੇ ਉਹਦੀ ਸਬਜ਼ੀ ਬਣਾ ਲਈ। तो ਇਹਨਾਂ ਚੀਜ਼ਾਂ ਨਾਲ ਆਰਥਰਾਈਟਿਸ ਨੂੰ ਕੋਈ ਨੁਕਸਾਨ ਨਹੀਂ ਹੁੰਦਾ, ਵੱਧਦਾ ਨਹੀਂ ਹੈ ਬੋਡੀ ਦੇ ਵਿੱਚ, ਵਾਯੂ ਨਹੀਂ ਵੱਧਦੀ ਤੇ ਦਰਦ ਵੀ ਨਹੀਂ ਵੱਧਦੇ। तो ਇਸ ਤਰੀਕੇ ਦਾ ਸਫ਼ਰ ਰਿਹਾ
ਉਸ ਟਾਈਮ ਤੇ ਲੇਟਰ ਔਨ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਰਦਿਆਂ ਹੋਇਆ ਫਿਰ ਪਤਾ ਚੱਲਿਆ ਡਾਕਟਰ ਪਰਮਾਲ ਸਿੰਘ ਤਨਵਰ ਜੀ ਦਾ। somebody told me, one of my cousins, ਉਹ ਮੈਨੂੰ ਜਦੋਂ ਪੇਨ 'ਚ ਦੇਖਦੇ ਹੁੰਦੇ ਸੀਗੇ। ਐਂਡ ਸਭ ਤੋਂ ਜ਼ਰੂਰੀ ਗੱਲ ਹੈ ਕਿ ਜਦੋਂ ਇੱਕ ਹੁੰਦਾ ਨਾ ਕਿ ਜਜ਼ਬਾ ਅੰਦਰ ਕੁਝ ਕਰਨ ਦਾ ਤੇ ਅਸੀਂ ਕੁਝ ਕਰ ਨਾ ਸਕੀਏ, ਜਿਵੇਂ ਕਿਸੇ ਨੇ ਹੱਥ ਬੰਨ ਕੇ ਤੁਹਾਨੂੰ ਬਿਠਾ ਦਿੱਤਾ ਹੋਵੇ, ਜੰਜੀਰਾਂ 'ਚ ਜਕੜ ਦਿੱਤਾ ਹੋਵੇ ਕਿ ਤੁਸੀਂ ਕੁਝ ਨਹੀਂ ਕਰਨਾ, ਤੁਸੀਂ ਹਿਲਣਾ ਵੀ ਨਹੀਂ, ਅੰਦਰੋਂ ਹੋਵੇ ਕੁਝ ਵੀ ਕਰਨਾ ਹੈ ਔਰ ਬਾਹਰੋਂ ਕੋਈ ਪ੍ਰੈਸ਼ਰ ਦੇ ਕੇ ਬਿਠਾ ਰਿਹਾ ਹੋਵੇ, ਇਸ ਤਰ੍ਹਾਂ ਦੀ ਬੋਡੀ ਹੋ ਗਈ ਸੀ। ਔਰ ਕੁਝ ਸਾਲ ਵਿੱਚ ਐਸੇ ਗਏ ਨੇ ਕਿ ਜਿੱਦਾਂ ਸਰਦੀਆਂ ਦੇ ਵਿੱਚ ਸਵੇਰ ਮਤਲਬ ਆਪਣਾ ਬੈੱਡ ਚਾਰਪਾਈ ਬਾਹਰ ਕੱਢ ਲੈਣੀ, ਜਿੰਨੀ ਦੇਰ ਧੁੱਪ ਦਿਖਣੀ ਮੈਂ ਵੇਟ ਕਰਦੀ ਹੁੰਦੀ ਸੀ ਕਿ ਹੇ ਵਾਹਿਗੁਰੂ ਬਸ ਅੱਜ ਧੁੱਪ ਨਿਕਲਣੀ ਚਾਹੀਦੀ ਹੈ, ਕਿਉਂਕਿ ਜਿੰਨੀ ਦੇਰ ਧੁੱਪ ਰਹਿੰਦੀ ਸੀ ਉਨੀ ਦੇਰ ਬੋਡੀ ਕਹਿੰਦੀ ਨਾ ਬੋਡੀ ਰਮਾ ਰਹਿੰਦੀ ਸੀ, ਆਰਾਮ ਰਹਿੰਦਾ ਸੀ, ਉਹਨਾਂ ਦੇਰ ਬੋਡੀ ਨੂੰ ਆਰਾਮ ਰਹਿੰਦਾ ਸੀ, ਸੁੱਖ ਜਿਹਾ ਲੱਗਦਾ ਸੀ ਕਿ ਹਾਂ ਠੀਕ ਹੈ ਔਰ ਧੁੱਪ ਹੈ ਤੇ ਬੋਡੀ ਨੂੰ ਸਕੂਨ ਮਿਲ ਰਿਹਾ ਹੈ। ਜਿੱਦਾਂ ਜਿੱਦਾਂ ਸੂਰਜ ਢਲਣਾ ਸ਼ੁਰੂ ਹੁੰਦਾ ਸੀ ਮੇਰੇ ਅੰਦਰ ਇੱਕ ਉਹ ਹੁੰਦਾ ਸੀ ਕਿ ਬਸ ਸੂਰਜ ਗਿਆ, ਦਰਦਾਂ ਸ਼ੁਰੂ ਤੇ ਉਹ ਇਸ ਤਰੀਕੇ ਦਾ ਇੱਕ ਦੌਰ ਹੁੰਦਾ ਸੀਗਾ। ਔਰ ਸਾਰਾ ਦਿਨ ਬਸ ਚਾਰਪਾਈ ਤੇ ਲੇਟੇ ਰਹਿਣਾ। ਠੀਕ ਹੈ, ਮੈਂ ਆਪਣੇ ਐਂਡ ਤੇ ਬਹੁਤ ਕੁਝ ਨਾਲ ਕੰਟੀਨਿਊ ਕਰਦੀ ਸੀ, ਰੱਖਦੀ ਸੀ। ਔਰ ਇਸ ਦੌਰਾਨ ਮੈਂ UPSC ਦੀ ਤਿਆਰੀ ਵੀ ਕੀਤੀ ਹੈ 2017-18 2 ਸਾਲ UPSC ਦੀ ਵੀ ਤਿਆਰੀ ਕੀਤੀ ਹੈ। ਇਹ ਮਤਲਬ ਜਜ਼ਬਾ ਛੱਡਿਆ ਨਹੀਂ ਸੀਗਾ, ਇਹ ਸੀ ਕਿ ਦਰਦ ਹੋ ਰਹੀ ਹੈ, ਠੀਕ ਹੈ ਮੈਨੇਜ ਕਰ ਰਹੇ ਹਾਂ, ਨਾਲ ਨਾਲ ਚੱਲ ਰਿਹਾ ਹੈ। ਬਟ ਮੈਂ ਕਿਉਂਕਿ ਆਈ ਵਾਂਟਡ ਟੂ ਗੋ ਇਨਟੂ ਐਡਮਿਨਿਸਟ੍ਰੇਸ਼ਨ ਤੇ ਇੱਕ ਸੋਸਾਇਟੀ 'ਚ ਬਦਲਾਵ ਲਿਆਉਣ ਦਾ ਇੱਕ ਸੰਕਲਪ ਸੀ, ਕੁਝ ਅੱਛਾ ਕਰਨ ਦਾ ਸੰਕਲਪ ਸੀ, ਤੇ ਇਸ ਕਰਕੇ ਆਈ ਅਪੀਅਰਡ ਫॉर UPSC ਆਲਸੋ। ਬਟ ਉੱਥੇ ਵੀ ਇਸ ਬਿਮਾਰੀ ਨੇ, ਇਸ ਡਿਜ਼ੀਜ਼ ਨੇ ਮੈਨੂੰ ਪਿੱਛਾ ਨਹੀਂ ਛੱਡਿਆ। ਸਮਟਾਈਮਸ ਮੈਂ ਸੰਕਲਪ ਫਰਮ ਚੰਡੀਗੜ੍ਹ, ਮੈਂ 6 ਮੰਥਸ ਉੱਥੇ ਰਹੀ ਹਾਂ ਚੰਡੀਗੜ੍ਹ ਆਪਣੀ ਕੋਚਿੰਗ ਵਾਸਤੇ। ਸੰਕਲਪ ਇੰਸਟੀਟਿਊਸ਼ਨ ਹੈ, ਮਤਲਬ ਇਟਸ ਸੌਰਟ ਆਫ ਅ ਗਵਰਨਮੈਂਟ ਇੰਸਟੀਟਿਊਟ ਐਂਡ ਦਿੱਲੀ ਉਹਨਾਂ ਦਾ ਬੇਸਡ ਹੈਗਾ ਜੀ, ਤੇ ਉਹਨਾਂ ਦੀ ਬ੍ਰਾਂਚ ਚੰਡੀਗੜ੍ਹ ਖੁੱਲੀ ਓਪਨ ਹੋਈ ਸੀਗੀ ਤੇ ਉੱਥੇ ਅਸੀਂ ਥੋੜੇ ਸਟੂਡੈਂਟਸ ਸੀਗੇ, ਲੇਟਰ ਔਨ ਵੱਧਦੇ ਚਲੇ ਗਏ। ਉਸ ਟਾਈਮ ਤੇ ਕਈ ਵਾਰੀ ਕੋਚਿੰਗ ਤੋਂ ਆ ਕੇ, ਬਿਕੋਜ਼ ਜਿੱਥੇ ਕੋਚਿੰਗ ਸੈਂਟਰ ਸੀਗਾ ਉਹ ਸਾਰਾ ਦਾ ਸਾਰਾ ਹਾਲ ਕਲਾਸਰੂਮ 에ਅਰ ਕੰਡੀਸ਼ਨਡ ਹੁੰਦਾ ਸੀ। ਆਈ ਯੂਜ਼ਡ ਟੂ ਪ੍ਰੋਟੈਕਟ ਮਾਈ ਸੈਲਫ, ਆਪਣੇ ਆਪ ਨੂੰ ਬਹੁਤ ਪ੍ਰੋਟੈਕਟ ਕਰਕੇ ਇੱਕ ਕਾਰਨਰ 'ਚ ਜਾ ਕੇ ਬੈਠਣਾ ਜਿੱਥੇ ਹਵਾ ਨਾ ਲੱਗੇ ਬੋਡੀ ਨੂੰ। ਔਰ ਕਿਉਂਕਿ ਆਪਣੇ ਕਰਕੇ ਬਾਕੀ 45 ਬੱਚਿਆਂ ਨੂੰ ਤਾਂ ਨਹੀਂ ਕਹਿ ਸਕਦੇ ਵੀ AC ਬੰਦ ਕਰ ਦੋ, ਤੇ ਆਈ ਵਾਸ ਦ ਓਨਲੀ ਵਨ। ਔਰ ਡਾਈਟ ਖਾਣ ਪੀਣ ਦੇ ਵੀ ਚੈਲੰਜਸ ਆਉਂਦੇ ਹੁੰਦੇ ਸੀਗੇ, ਕਿਸੇ ਬਾਕੀਆਂ ਜਿਸਨੂੰ ਆਰਥਰਾਈਟਿਸ ਹੈ ਔਰ ਉਹਨੂੰ ਨੌਲੇਜ ਹੈ ਕਿ ਮੈਂ ਕੀ ਖਾਣਾ ਹੈ ਕੀ ਨਹੀਂ ਖਾਣਾ, ਉਹ ਬਾਕੀਆਂ ਵਾਂਗੂ ਨਾਰਮਲ ਹਰ ਕੁਝ ਨਹੀਂ ਖਾ ਸਕਦਾ ਜੀ। ਬਿਲਕੁਲ ਡਾਈਟ ਵਿੱਚ ਬਹੁਤ ਰਿਸਟ੍ਰਿਕਸ਼ਨਸ ਹੁੰਦੀਆਂ ਸੀ ਮੇਰੀਆਂ, ਸਿਲੈਕਟਡ ਖਾਣਾ ਹੈ, ਥੋੜਾ ਖਾਣਾ ਹੈ, ਕਿੰਨਾ ਖਾਣਾ ਹੈ। ਤਾਂ ਆਈ ਵਾਸ ਇਨਟੂ ਇਟ, ਮੈਨੂੰ ਬਹੁਤ ਅੱਛਾ ਐਕਸਪੀਰੀਅੰਸ ਹੈ ਉਸ ਚੀਜ਼ ਦਾ, ਹਰ ਖਾਣ ਪੀਣ ਵਾਲੀ ਚੀਜ਼ ਦਾ, ਕਿਉਂਕਿ ਮੌਸਮ ਦੇ ਹਿਸਾਬ ਨਾਲ ਆਈ ਯੂਜ਼ਡ ਟੂ ਚੈੱਕ, ਅੱਛਾ ਮੌਸਮ ਚੇਂਜ ਹੋਇਆ ਇਸ ਲਈ ਇੱਥੇ ਪੇਨ ਹੋ ਰਹੀ ਹੈ, ਕੱਲ ਆ ਖਾਇਆ ਤਾਂ ਪੇਨ ਨਹੀਂ ਹੋਈ, ਅੱਜ ਇਹੀ ਚੀਜ਼ ਖਾਣ ਨਾਲ ਪੇਨ ਕਿਉਂ ਹੋਈ ਹੈ। ਤਾਂ ਮਤਲਬ ਬਹੁਤ ਛੋਟੇ ਛੋਟੇ ਟਿਪਸ ਸੀਗੇ, ਮੈਨੂੰ ਪਤਾ ਹੁੰਦਾ ਸੀ ਕਿ ਨਾਲ ਇਹਦੇ ਆ ਕਰ ਲੈਣੀ ਹੈ ਰੈਮੇਡੀ ਤਾਂ ਥੋੜਾ ਠੀਕ ਲੱਗੂਗਾ। ਤੇ ਬਟ ਕਿਉਰ ਨਹੀਂ ਸੀ, ਮਤਲਬ ਇੱਕ ਹੁੰਦਾ ਨਾ ਤੁਸੀਂ ਫ੍ਰੀ ਲਾਈਫ ਜੀ ਰਹੇ ਹੋ, ਯੂ ਹੈਵ ਨੋ ਡਿਜ਼ੀਜ਼, ਕਹਿੰਦੇ ਆ ਨਾ ਤੰਦਰੁਸਤੀ ਨਾਲ ਦੀ ਤਾਂ ਕੋਈ ਚੀਜ਼ ਹੀ ਨਹੀਂ ਹੈ ਦੁਨੀਆ ਤੇ। ਮੈਂ ਕਹਿੰਦੀ ਆ ਸਾਰਾ ਕੁਝ ਇੱਕ ਪਾਸੇ ਹੈ, ਤੰਦਰੁਸਤੀ ਇੱਕ ਪਾਸੇ ਹੈ, ਐਸਾ ਹੈ। ਵੇਟੇਜ ਤੰਦਰੁਸਤੀ ਦੀ ਇੱਕ ਜਗ੍ਹਾ ਆ, ਦੂਸਰੀ ਬਾਕੀ ਹਰ ਚੀਜ਼ ਇੱਕ ਪਾਸੇ ਹੋ ਜਾਂਦੀ ਹੈ। ਪੈਸਾ, ਨਾਮ, ਸ਼ੌਹਰਤ, ਰਿਸ਼ਤੇ, ਸੰਬੰਧ, everything is on one side and health is on one side। ਇੰਨੀ ਇੰਪੋਰਟੈਂਟ ਹੈ ਹੈਲਥ ਸਾਡੀ, ਬਿਕੋਜ਼ ਜਾਨ ਹੈ ਤਾਂ ਜਹਾਨ ਹੈ। ਬਿਲਕੁਲ। ਔਰ ਆਤਮਾ ਨੇ ਜਿਸ ਸਰੀਰ 'ਚ ਰਹਿਣਾ ਹੈ, ਸਾਡਾ ਚੋਲਾ ਹੈ ਇਹ, ਜਿਸ ਸਰੀਰ ਵਿੱਚ ਮੈਂ ਆਤਮਾ ਨੇ ਰਹਿਣਾ ਹੈ, ਉਹੀ ਨਾ ਠੀਕ ਹੋਵੇ ਤੇ ਜ਼ਿੰਦਗੀ ਕੈਸੀ ਹੁੰਦੀ ਹੈ ਮੇਰੇ ਤੋਂ ਜ਼ਿਆਦਾ ਕੋਈ ਨਹੀਂ ਅੱਛਾ ਦੱਸ ਸਕਦਾ। ਤੇ ਉਸ ਟਾਈਮ ਤੇ ਕਈ ਵਾਰੀ ਐਸਾ ਹੁੰਦਾ ਸੀ ਕਿ ਕਲਾਸਿਸ ਤੋਂ ਮੁੜ ਕੇ ਆਉਣਾ, ਮੈਂ ਸਾਰਾ ਕੁਝ ਸੁੱਟ ਕੇ ਆਈ ਯੂਜ਼ਡ ਟੂ ਬਸ ਮੈਂ ਡਿੱਗ ਜਾਣਾ ਬੈੱਡ ਤੇ, ਆਪਣੀਆਂ ਮੇਰੀਆਂ ਬਾਹਾਂ 'ਚ ਇੰਨਾ ਜ਼ਿਆਦਾ, ਪੂਰੀਆਂ ਬਾਹਾਂ 'ਚ ਇੰਨਾ ਜ਼ਿਆਦਾ ਪੇਨ ਹੁੰਦਾ ਸੀ, ਐ ਲੱਗਦਾ ਹੁੰਦਾ ਸੀ ਕਿ ਪੂਰੀਆਂ ਬਾਹਾਂ 'ਚ ਨਾ ਦਰਦ ਦੌੜਦਾ ਪਿਆ ਜੀ। ਇੰਨਾ ਟੈਰੀਬਲ ਪੇਨ ਹੁੰਦਾ ਸੀ। ਫਿਰ ਮੇਰੀ ਕਜ਼ਨ ਜੋ ਮੇਰੇ ਨਾਲ ਰਹਿ ਰਹੀ ਸੀਗੀ, ਫॉर माय हेल्प एंड सपोर्ट शी यूज्ड टू से कि ਛੱਡ ਦੋ ਨਾ, मतलब क्या जरूरत है, हेल्थ देखो अपनी, नहीं हो रहा तो छोड़ दो जी। ਤੇ ਫਿਰ ਉਸ ਟਾਈਮ ਆਉਣਾ ਯਾਰ, ਮਤਲਬ ਅਗਰ ਅੱਜ ਮੈਂ ਕਰ ਸਕਦੀ ਹੋਵਾਂ ਤੇ ਮੈਂ ਦਿਨ ਰਾਤ ਇੱਕ ਕਰਦਾ। ਫਿਰ ਵੀ ਮੈਂ ਟਰਾਈ ਕਰਦੀ ਸੀ ਦਿਨ ਰਾਤ ਇੱਕ ਕਰਨ ਦੀ, ਲੌਂਗ ਆਵਰਸ ਬੈਠ ਕੇ ਪੜ੍ਹਨਾ, ਕਿਉਂਕਿ ਜਦੋਂ ਸਾਨੂੰ ਆਰਥਰਾਈਟਿਸ ਹੈ ਅਸੀਂ ਇੱਕੋ ਹੀ ਪੋਜੀਸ਼ਨ ਵਿੱਚ ਜ਼ਿਆਦਾ ਲੰਬਾ ਟਾਈਮ ਨਹੀਂ ਰਹਿ ਸਕਦੇ।
ਜੀ ਜੇ ਮਤਲਬ ਜਿਵੇਂ ਹੁਣ ਆ ਲੱਤ ਰੱਖੀ ਹੈ, ਲੱਤ ਦੇ ਉੱਪਰ ਲੱਤ ਰੱਖੀ ਹੈ, ਅਗਰ मैं 5-10 ਮਿੰਟ ਜ਼ਿਆਦਾ ਏਦਾਂ ਬੈਠ ਗਈ ਤਾਂ यहाँ भी पेन होनी शुरू हो जाएगी है ना, ਇੱਥੇ ਵੀ पेन होएगी। ਜੇ ਤੁਹਾਡਾ ਬਾਂਹ ਲਗਾਤਾਰ ਐ ਰਹੇਗੀ ਤਾਂ ਤੁਹਾਡਾ ਐਲਬੋ ਜੁਆਇੰਟ ਦੁਖਣਾ ਸ਼ੁਰੂ ਹੋ ਜਾਏਗਾ। तो ਏਦਾਂ ਬਹੁਤ ਸਾਰਾ ਹੁੰਦਾ ਸੀਗਾ, ਬਟ ਫਿਰ ਵੀ ਟਰਾਈ ਕੀਤੀ। ਚਲੋ ਮੈਨੂੰ ਸੀ ਕਿ ਚਲੋ ਟਰਾਈ ਤਾਂ ਕਰਨੀ ਹੈ, ਹੋਏ ਨਾ ਹੋਏ ਬਾਅਦ ਦੀ ਗੱਲ ਹੈ। ਤੇ ਉਸੇ ਸਫਰ ਦੇ ਚਲਦਿਆਂ ਡਾਕਟਰ ਪਰਮਾਲ ਸਿੰਘ ਤਨਵਰ ਜੀ ਨੇ, ਹੀ ਇਜ਼ ਅ ਕਲਾਸਿਕਲ ਹੋਮਿਓਪੈਥ ਫਰਮ ਚੰਡੀਗੜ੍ਹ ਜੀ BHMS ਐਂਡ 25 to 30 ਇਅਰਸ ਹੋ ਗਏ ਉਹਨਾਂ ਨੂੰ ਕਲਾਸਿਕਲ ਹੋਮਿਓਪੈਥੀ ਪ੍ਰੈਕਟਿਸ ਕਰਦੇ ਹੋਏ। ਹੀ ਇਜ਼ ਇਨਟੂ ਐਕਿਊਰੇਟ ਹੋਮਿਓਪੈਥੀ ਕਨਸੈਪਟ ਐਂਡ ਉਹਨਾਂ ਨੂੰ ਮੇਰੀ ਕਜ਼ਨ ਨੇ ਮਿਲਵਾਇਆ ਸੀਗਾ ਤੇ ਉਹਨਾਂ ਨਾਲ ਗੱਲ ਕੀਤੀ। ਮਤਲਬ ਵੈਸੇ ਹੀ ਮਿਲੇ। ਹੋਮਿਓਪੈਥੀ ਦਾ ਤਾਂ ਮੇਰੇ ਨਾਲ ਦੂਰ ਤੱਕ ਕੋਈ ਸੰਬੰਧ ਨਹੀਂ ਸੀ। ਜੀ ਜੀ ਮੈਨੂੰ ਨਾ ਹੋਮਿਓਪੈਥੀ ਦੀ ABC ਪਤਾ ਸੀ, ਨਾ ਹੋਮਿਓਪੈਥੀ 'ਚ ਮੈਂ ਵਿਸ਼ਵਾਸ ਰੱਖਦੀ ਸੀ, ਨਾ ਹੀ ਹੋਮਿਓਪੈਥੀ ਦਾ ਮੈਨੂੰ ਕੋਈ ਗਿਆਨ ਸੀ। ਬਸ ਇੰਨਾ ਸੁਣਿਆ ਹੋਇਆ ਸੀ ਲੋਕਾਂ ਤੋਂ, ਹੋਮਿਓਪੈਥੀ ਦਾ ਇਲਾਜ ਬਹੁਤ ਲੰਬਾ ਹੁੰਦਾ ਹੈ ਔਰ ਬਿਮਾਰੀ ਨੂੰ ਜੜ ਤੋਂ ਖਤਮ ਕਰਦਾ ਹੈ ਔਰ ਮਤਲਬ ਇਹਦੇ ਨਾਲ ਬਿਮਾਰੀ ਵਾਪਸ ਵੀ ਆਉਂਦੀ ਹੈ, ਕੋਈ ਨਾ ਕੋਈ ਪ੍ਰੋਬਲਮਸ ਜਿੱਦਾਂ ਵਾਪਸ ਆਉਂਦੀਆਂ। ਤੋ ਜਦੋਂ ਉਹਨਾਂ ਨੂੰ ਮਿਲੇ, ਗੱਲ ਹੋਈ ਤਾਂ ਉਹਨਾਂ ਦੀ ਇੱਕ ਲਫ਼ਜ਼, ਇੱਕ ਲਾਈਨ ਮੈਨੂੰ ਅੱਜ ਵੀ ਯਾਦ ਹੈ। ਉਹਨਾਂ ਨੇ ਕਿਹਾ ਸੀ ਕਿ ਸਾਰੀ ਦੁਨੀया भले कहती है कि आर्थराइटिस का कोई इलाज नहीं है, लाइफस्टाइल डिजीजेस का कोई इलाज नहीं है, लेकिन एक्यूरेट होम्योपैथी में हर बीमारी का इलाज संभव है। आप भी अवश्य ठीक होंगे, लेकिन समय देना पड़ेगा। ਜਦੋਂ ਮੈਂ ਉਹਨਾਂ ਦੀ ਇਹ ਲਾਈਨ ਸੁਣੀ, ਮੈਨੂੰ ਮੇਰੇ ਲਈ ਏਦਾਂ ਸੀ ਕਿ ਜਿੱਦਾਂ ਪੂਰੀ ਦੁਨੀਆ ਦਾ ਗਿਆਨ ਇੱਕ ਤਰਫ ਔਰ ਇਸ ਪਰਸਨ ਦੀ ਇਹ ਕਹੀ ਹੋਈ ਲਾਈਨ ਇੱਕ ਤਰਫ। ਕਿਉਂਕਿ ਅੱਜ ਤੱਕ ਇੰਟਰਨੈਟ ਤੇ ਗੂਗਲ ਤੇ ਡਾਕਟਰਸ ਦੇ ਥਰੂ, ਰੋਮਟੋਲੋਜਿਸਟ ਦੇ ਕੋਲੋਂ ਮੈਂ ਕਦੇ ਇਹ ਨਹੀਂ ਸੁਣਿਆ ਸੀਗਾ ਕਿ ਬਿਮਾਰੀ ਠੀਕ ਹੋ ਜਾਏਗੀ, ਕਿ ਇਹ ਬਿਮਾਰੀ ਠੀਕ ਵੀ ਹੋ ਸਕਦੀ ਹੈ, ਇਹ ਕਦੇ ਨਹੀਂ ਸੀ ਸੁਣਿਆ। तो जब उन्होंने गल कही तो मैं डॉक्टर साहब ने किया, मैं क्या भैया मुझे मेडिसिन पे तो कोई विश्वास नहीं है, पर मुझे आपके शब्दों पे विश्वास है जी। आपने आज जो कहा है मैं इसको पूरा फॉलो करूंगी। आप जितनी देर कहोगे मैं उतनी देर मेडिसिन खाऊंगी, आप जैसा कहोगे मैं वैसा ही करूंगी। आई रियली वांट टू नो कि सच में आज जो एक पर्सन ने मुझे शब्द कहे हैं, क्या ये हकीकत बनते हैं जी? क्या ऐसा मतलब कि वाकई ये हकीकत हो सकती है कि ये सच होएगा एक दिन कि आर्थराइटिस ठीक हो जाए? मतलब एक यंग पर्सन, a young girl who was so active और आज मेरी जिंदगी 24/7 365 डेज जो बिल्कुल पेन विच गुजरती है, मैनू तो पता ही नहीं सी हुंदा पेन फ्री लाइफ की हुंदी है जी। पेन फ्री लाइफ दा मैनू कोई अंदाजा नहीं सी, मैनू कोई समझ नहीं सी व्हाट इज पेन फ्री लाइफ। ऐ हुंदा सी कि मतलब ऐदा दी आदत हो जाती है फ्रेंड्स कि पेन नाल रहन दी, पेन नाल जीण दी आदत पै जाती है। जिद्दण उठो ते पेन ना होवे ऐ लगदा है कुछ खाली खाली है जी जी जी। ऐदा दा मतलब सफर रहा है। ते जदों उन्हां दी मेडिसिन खानी शुरू कीती, मैं 2.5 साल ट्रीटमेंट लिया है एंड लिटिल बिट अब हुण भी मैं मतलब ले लैंदी हां थोड़ा बहुत, बिकॉज ताकि पूरी तरह क्योर हो जाए जी जी। ते उन्हां दा ट्रीटमेंट लिया। सब तो पहला मैनू ਜਿਹੜੀਆਂ ਲੈਗਸ ਪੇਨ ਹੁੰਦੀਆਂ ਸੀਗੀਆਂ, ਮੇਰਾ 6 ਮਹੀਨੇ ਦੇ ਵਿੱਚ ਮੇਰਾ ਲੈਗਸ ਪੇਨ ਠੀਕ ਹੋਈਆਂ ਸੀ। ਲੈਗਸ ਦੇ ਵਿੱਚ ਥੋੜੀ ਮੇਰੀ ਜਾਨ ਆਉਣੀ ਸ਼ੁਰੂ ਹੋਈ ਸੀ, ਮਤਲਬ ਫਰਕ ਪੈ ਗਿਆ ਉਹ ਮੈਡੀਸਿਨ ਦੇ ਨਾਲ। ਹਾਂ, ਲੈਗਸ ਦੇ ਵਿੱਚ ਜਾਨ ਆਉਣੀ ਸ਼ੁਰੂ ਹੋਈ ਸੀ, ਜਿਵੇਂ ਕਿ ਹਾਂ ਵੀ ਹਮ ਖੜੇ ਹੋ ਰਹੇ ਲੱਤਾਂ ਦੇ ਤੇ ਕੁਝ ਹੈ ਜੀ। ਫਿਰ ਹੌਲੀ ਹੌਲੀ 2 ਸਾਲ ਬਾਅਦ ਹੌਲੀ ਹੌਲੀ ਬਾਹਾਂ 'ਚ ਜਾਨ ਆਉਣੀ ਸ਼ੁਰੂ ਹੋਈ। ਐਂਡ ਬਹੁਤ ਖੁਸ਼ੀ ਦੀ ਗੱਲ ਹੈ ਕਿ 2019 ਅਕਤੂਬਰ ਦੇ ਵਿੱਚ, ਆਫਟਰ ਸੱਚ ਅ ਲੌਂਗ ਟਾਈਮ ਜੀ, ਆਪਣੇ ਕਾਲਜ ਦੀ ਮੁੜ ਤੋਂ ਭੰਗੜਾ ਟੀਮ ਲੈ ਕੇ ਇੰਟਰਨੈਸ਼ਨਲ ਗਲੋਬਲ ਸਮਿਟ ਹੋਈ ਸੀ। ਵੈਂਕਾਇਆ ਨਾਇਡੂ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਵਾਸ ਅਵੇਲੇਬਲ ਐਂਡ ਹੀ ਕੇਮ ਟੂ ਦ ਗਲੋਬਲ ਸਮਿਟ ਐਟ ਬ੍ਰਹਮਾ ਕੁਮਾਰੀਜ਼ ਸ਼ਾਂਤੀਵਨ ਜੀ। ਉਸ ਪ੍ਰੋਗਰਾਮ ਤੇ ਅਸੀਂ ਉਹਨਾਂ ਦੇ ਸਾਹਮਣੇ ਪੂਰੇ ਭੰਗੜਾ ਟੀਮ ਨੂੰ ਨਚਾਇਆ ਐਂਡ ਆਈ ਹੈਵ ਪਾਰਟਿਸਿਪੇਟਡ। ਮਤਲਬ ਮੈਂ ਹੀ ਭੰਗੜਾ ਟੀਮ ਨੂੰ ਟ੍ਰੇਨ ਕੀਤਾ ਸੀ ਔਰ ਅਸੀਂ ਆਪਣਾ ਪੂਰਾ ਗਰੁੱਪ ਤਿਆਰ ਕਰਕੇ ਲੈ ਕੇ ਗਏ ਸੀਗੇ और मैं प्रैक्टिस भी की है पूरा 1 हफ्ता। मतलब उस टाइम ये सोचा सी कि मतलब हो जाएगा, ये पैर दोबारा नच लैणगे कि वो भंगड़ा इन्हां पैरां ते दोबारा पै जाऊगा। मेरे लिए बहुत बड़ा सवाल सी, पर जदों हो गया, जदों मैं लगातार सुबह दोपहर शाम 3 वारी 4 वारी प्रैक्टिस कर रहे हैं, 3 घंटे 2 घंटे लगातार, और शरीर विच वो स्टैमिना वापस आ गया, माइंड वापस फ्रैश होने लगा, जिहड़ा डिप्रैस्ड माइंड रहिंदा सी वो भी ठीक होने लग गया। ते ਉੱਥੇ ਆ ਕੇ ਮੈਡੀਸਿਨ ਖਾਣ ਤੋਂ 2 ਸਾਲ ਬਾਅਦ ਮੈਂ ਉਹ ਰਿਜ਼ਲਟ ਆਪਣੇ ਆਪ 'ਚ ਮਹਿਸੂਸ ਕੀਤਾ ਕਿ ਹਾਂ
ਭਈਆ ਨੇ ਡਾਕਟਰ ਪਰਮਾਲ ਸਿੰਘ ਤਨਵਰ ਜੀ ਨੇ ਜੋ ਮੇਰੇ ਨਾਲ ਹੋਮਿਓਪੈਥੀ ਦੇ ਪ੍ਰਿੰਸੀਪਲਸ ਸ਼ੇਅਰ ਕੀਤੇ ਸੀ, ਜੋ ਮੈਨੂੰ ਕੁਝ ਗੱਲਾਂ ਦੱਸੀਆਂ ਸੀ, ਉਹ ਗੱਲਾਂ ਮੇਰੇ ਪੂਰੇ ਮਨ 'ਚ ਬੈਠ ਗਈਆਂ ਸੀਗੀਆਂ। ਉਹਨਾਂ ਨੂੰ ਮੈਂ ਆਪਣੇ ਅੰਦਰ ਜਦੋਂ ਪ੍ਰੈਕਟਿਸ ਕੀਤਾ, ਹਰ ਚੀਜ਼ ਨੂੰ ਪ੍ਰੈਕਟੀਕਲੀ ਕੀਤਾ, ਉਸ ਚੀਜ਼ ਦਾ ਰਿਜ਼ਲਟ ਵੀ ਮੈਂ ਦੇਖਿਆ। ਜੀ ਆਪਣੇ ਆਪ ਨੂੰ ਮੈਂਟਲੀ ਸਟਰੋਂਗ ਰੱਖਣਾ, ਕੁਝ ਨਾ ਕੁਝ ਐਸਾ ਕਰਨਾ ਕਿ ਨਹੀਂ ਆ ਜਿਹੜੀ ਦਰਦ ਹੋ ਰਹੀ ਹੈ ਨਾ, ਇਹਦੇ ਵੱਲ ਧਿਆਨ ਨਹੀਂ ਲੈ ਕੇ ਜਾਣਾ। ਤਾਂ ਆਈ ਯੂਜ਼ਡ ਟੂ ਮੈਡੀਟੇਟ। ਮੈਡੀਟੇਸ਼ਨ ਸਾਨੂੰ ਹੈਲਪ ਕਰਦਾ ਹੈ, ਸਾਡੀ ਵਿਲ ਪਾਵਰ ਨੂੰ ਵਧਾ ਕੇ ਰੱਖਦਾ ਹੈ ਔਰ ਅਸੀਂ ਫੋਕਸਡ ਹੋ ਜਾਂਦੇ ਹਾਂ। ਮੈਂ ਬਹੁਤ ਕੁਝ ਕੀਤਾ, ਬਹੁਤ ਚੀਜ਼ਾਂ ਟਰਾਈ ਕੀਤੀਆਂ। ਮੈਡੀਟੇਸ਼ਨ ਨੇ ਮੈਨੂੰ ਇੱਥੇ ਤੱਕ ਹੈਲਪ ਕੀਤੀ ਆ ਕਿ ਇੰਨੇ ਬੁਰੇ ਸਫ਼ਰ 'ਚ ਵੀ ਮੈਨੂੰ ਟੁੱਟਣ ਨਹੀਂ ਦਿੱਤਾ। ਇੰਨੇ ਬੁਰੇ ਸਫ਼ਰ 'ਚ ਵੀ ਮੈਡੀਟੇਸ਼ਨ ਦੇ ਕਰਕੇ ਮੈਂ ਆਪਣੇ ਆਪ ਨੂੰ ਸੰਭਾਲ ਪਾਈ ਔਰ ਅੱਜ ਮੈਂ ਇਸ ਮੁਕਾਮ ਤੇ ਆ ਕਿ ਇਸ ਪੂਰੀ ਜੰਗ ਨੂੰ ਲੜਦੇ ਹੋਏ I can say that yes, arthritis is curable with natural homemade diet and accurate homeopathy। ਤੇ ਉਹ ਜਿਹੜਾ ਟਾਈਮ ਸੀਗਾ ਉਹਦੇ ਵਿੱਚੋਂ ਵੀ ਨਿਕਲਣਾ ਜ਼ਰੂਰੀ ਹੈ, ਕਿਉਂਕਿ ਸਾਨੂੰ ਇਹ ਚੀਜ਼ ਸਮਝ ਹੋਣੀ ਚਾਹੀਦੀ ਆ ਕਿ ਬਿਮਾਰੀ ਜਿੱਦਾਂ ਆਈ ਹੈ ਉਦਾਂ ਹੀ ਵਾਪਸ ਜਾਏਗੀ। ਬਿਲਕੁਲ। ਜਦੋਂ मेरे पैरों में प्रॉब्लम आई सी, डॉक्टर साहब ने एक गल कही सी कि बस अब मुझे तसल्ली है कि आप ठीक हो ही जाएंगे, क्योंकि पैरों तो बीमारी शुरू हुई सी, पैरों च ही 2 सालों दे विच वापस आई है। ते उस टाइम ते फिर सबर रखिया। मैं उन्हां नूं कहना कि मैं इन्नी ज़्यादा तकलीफ च कि मैनूं अगर कोई इस वेले जहर लिया के दे दे, मैं खुशी खुशी खा लांगी। तो डॉक्टर साहब ने कहना, करमजीत अगर आप इतनी दर्द में हो तो आप स्टीरॉयड ले लो, आप पेन किलर ले लो, कोई बात नहीं। पर मैनूं पता सी कि स्टीरॉयड्स एंड पेन किलर्स लैण नाल जेड़ा मैं बॉडी नूं थोड़ी देर दा आराम देना है, ਉਹਦੇ ਨਾਲ मेरी ट्रीटमेंट ਦੇ ਵਿੱਚ ਹੋਰ डिले ਹੁੰਦਾ चला जाएगा। ਤੁਸੀਂ ਮੰਨੋਗੇ ਨਹੀਂ, महसूस करके देखियो कि ਜਦੋਂ ਬੰਦਾ पेन ਚ है, बहुत सीवियर पेन है ਜਿਹੜੀ सहन ਤੋਂ ਬਾਹਰ है, क्योंकि मैं ਛੇਤੀ ਕਿਤੇ छोटी मोटी पेन ਚ ਕਦੇ ਦਵਾਈ ਨਹੀਂ ਸੀ ਖਾਂਦੀ ਹੁੰਦੀ ਜੀ। ਮੇਰੀ ਆਦਤ ਰਹੀ ਹੈ ਕਿ ਜਿੰਨਾ सहन कर सकते हैं करो, क्योंकि परमात्मा ने जो ਸਾਨੂੰ बॉडी ਦਿੱਤੀ ਹੈ ਨਾ, ਇਹਦੀ ਖਾਸੀਅਤ ਹੈ ਤੁਸੀਂ ਇਹ ਤੋਂ ਜਿੰਨਾ ਕੰਮ ਲਓਗੇ ਇਹ ਉਨੀ ਸਟਰੋਂਗ ਹੋਏਗੀ ਜੀ। ਤੁਸੀਂ ਇਹਦੀ ਇੰਡਿਓਰੈਂਸ ਪਾਵਰ ਵੱਧ ਜਾਏਗੀ ਅਗਰ ਇਹਨੂੰ ਸਹਿਨ ਕਰਨ ਦੋਗੇ, ਪਰ ਉਹ ਸਹਿਨ ਸ਼ਕਤੀ ਨਾ ਬੋਡੀ 'ਚ ਨਹੀਂ, ਉਹ ਇੱਥੇ ਚਾਹੀਦੀ ਹੈ ਮਾਈਂਡ 'ਚ। ਜੋ ਬ੍ਰਹਮਾ ਕੁਮਾਰੀਜ਼ ਆਰਗੇਨਾਈਜੇਸ਼ਨ ਦੇ ਵਿੱਚ ਅਸੀਂ ਮੈਡੀਟੇਸ਼ਨ ਸਿਖਾਉਂਦੇ ਆ, ਉਹ ਸਾਨੂੰ ਇਹੀ ਹੈਲਪ ਕਰਦਾ ਹੈ। ਅਸੀਂ ਇੱਥੇ ਸਟਰੋਂਗ ਹੁੰਨੇ ਆ ਜਦੋਂ ਮੈਡੀਟੇਸ਼ਨ ਨਾਲ ਅਸੀਂ ਮਨ ਤੋਂ ਸਟਰੋਂਗ ਹੈਗੇ ਆ, ਵਿਲ ਪਾਵਰ ਸਟਰੋਂਗ ਹੋਏਗੀ, ਬੋਡੀ ਵੀ ਨਾਲ ਸਪੋਰਟ ਕਰ ਲੈਂਦੀ ਹੈ, ਬੋਡੀ ਵੀ ਉਸ ਹਿਸਾਬ ਨਾਲ ਚੱਲ ਪੈਂਦੀ ਹੈ। ਮੈਂ ਮੈਡੀਸਨ ਕੱਢਣੀ, ਅੱਧੀ ਰਾਤ ਸੀ, ਟੈਰੇਬਲ ਪੇਨ ਸੀ, ਕੋਲ ਕੋਈ ਨਹੀਂ ਸੀ, ਮੈਂ ਮੈਡੀਸਨ ਕੱਢੀ, ਕੋਲ ਰੱਖ ਲਈ, ਉਹਨੂੰ ਦੇਖਿਆ, ਫਿਰ ਛੱਡ ਦਿੱਤਾ ਕਿ ਨਹੀਂ ਇਹਨੂੰ ਖਾਣਾ ਨਹੀਂ ਆ। I will not take this wrong thing। मैं wrong treatment नहीं करूंगी अपना थोड़े टाइम ਲਈ, ਕੋਈ ਗੱਲ ਨਹੀਂ ਮਨਾ ਵੀ ਤੂੰ ਸਹਿ ਲੈ ਜੀ। ਸਾਡੇ ਗੁਰੂਆਂ ਨੇ ਤੱਤੀਆਂ ਤਵੀਆਂ ਤੇ ਬੈ ਕੇ ਕਿੰਨੇ ਤਸੀਹੇ ਸਹੇ ਹੈ, ਜੇ ਉਹ ਇੰਨਾ ਕੁਝ ਸਹਿ ਸਕਦੇ ਆ ਤੇ ਮੇਰੇ ਅੰਦਰ ਇਹ ਸੰਕਲਪ ਸੀਗਾ। तो डॉक्टर साहब ने मैंने ये गल कही सी कि आर्थराइटिस ठीक हो जाएगा, आप ठीक होंगे, बीमारी नहीं, आप ठीक होंगे, आर्थराइटिस बॉडी से अपने आप चला जाएगा। मैं उस टाइम पे ये संकल्प कीता सी कि सच्चे पातशाह वाहिगुरु भी परमात्मा नाल ये संकल्प कीता सी कि आज तो जिवें जे मैं ठीक हो गई ना, अगर आर्थराइटिस सच्ची ठीक हो गया, अगर मैं वापस अपनी नॉर्मल जिंदगी जीने लग गई, मैं इसनूं अपना मिशन बनाऊंगी जी। बिल्कुल। मैं इस देश नूं और फिर विदेश नूं या पूरे वर्ल्ड दे विच इस आवाज नूं हर एक तक पहुंचाना चाहूंगी कि जेड़े भी लोग, खासकर यंगस्टर्स और बुजुर्ग लोग और मेरे जिन्ने भैन भरा ने, जिन्ने भी लोग ने इस दुनिया ते जो आर्थराइटिस नाल जूझ रहे ने और जेड़ियां दी लाइफ नॉर्मल ही नहीं रह गई और वो बेचारियां नूं दवाइयां तो इलावा कुछ सुझदा नहीं है और पेन दे विच ही जिंदगी जी रहे हैं, मैं उन्हां नूं इस टेरेबल पेन तो आजाद करन दा काम करना चाहूंगी। तो ओदा पहला स्टेप सीगा आफ्टर द लॉकडाउन, मैं मतलब 15-20 दिन का टाइम पीरियड सीगा, 15-20 दिन मैं वो पेन सहन की, उस तो बाद सब नॉर्मल हो गया। उस तो बाद मेरी बॉडी अपने आप ठीक होंदी चली गई। कुछ नाल नाल मैं आयुर्वेदिक उपचार किते, ऑल्दो आई एम अ सर्टिफाइड न्यूट्रिशनिस्ट, मैनूं पता सीगा कि मैं प्लांट बेस्ड डाइट दे नाल किदां अपने आप नूं ट्रीट करना है। मैं अपना सारा रॉ फूड उत्थे तैयार करदी सी रूम दे विच, लॉकडाउन सी, फ्री सी गए, कुछ ज्यादा वर्कलोड तो सीगा ही नहीं कोई, तो आई यूज्ड टू मेक दैट, प्रिपेयर दैट फूड और अपना रॉ डाइट सारी प्रिपेयर करके मैं अपना वही सब कर दी सी। और 15-20 दिन लगे, 25 दिन लगे, पर महीने दे विच आए, मतलब आई गॉट क्योर्ड और मेरा ठीक हो गया। फिर उस तो बाद डॉक्टर साहब ने दस्सिया एंड ही वाज लाइक ठीक है भी मेडिसिन चल ही रही सी। एंड दिस ईयर 2021 4 जनवरी मैं अपना ब्लड टेस्ट करवाया सरदाना लैब जलंधर। आई हैव ऑल द रिपोर्ट्स।
2012 ਮਾਰਚ ਤੋਂ ਲੈ ਕੇ 2021 ਜਨਵਰੀ ਤੱਕ ਜੀ। ਮੇਰੇ ਕੋਲ ਡੇਟ ਵਾਈਜ਼ ਹਰ ਇੱਕ ਰਿਪੋਰਟ ਪਈ ਹੈ, ਕਿੱਦਾਂ ਮੇਰਾ ਆਰਥਰਾਈਟਿਸ ਵਧਿਆ, ਕਿੱਦਾਂ ਘਟਿਆ ਹੈ, ਕੀ ਹੋਇਆ ਹੈ, ਕਿਹੜੇ ਟੈਸਟ ਕਰਵਾਇਆ ਹੈ, ਸਾਰਾ ਕੁਝ ਪਿਆ ਹੈ। ਆਈ ਹੈਵ ਆਲ ਦ ਰਿਕਾਰਡਸ ਵਿਦ ਮੀ। ਤੇ ਉਹ ਦਿਨ ਸੀਗਾ ਜਦੋਂ ਰਿਪੋਰਟ ਆਈ ਹੈ, ਉਦੋਂ ਡਾਕਟਰ ਸਾਹਿਬ ਆਏ ਹੋਏ ਸੀਗੇ ਜੀ, ਬਿਕਾਜ਼ ਹੀ ਆਲਸੋ ਕਮਸ ਹੇਅਰ ਫॉर ਮਤਲਬ ਪੇਸ਼ੈਂਟਸ ਨੂੰ ਦੇਖਦੇ ਨੇ, ਹੋਲਿਸਟਿਕ ਵੈਲਨੈਸ ਆ, ਅਸੀਂ ਇੱਥੇ ਆਫਿਸ ਕਲੀਨਿਕ ਬੈਠਦੇ ਆ, ਤੇ ਟੈਸਟ ਅਸੀਂ ਇਕੱਠੇ ਕਰਵਾਇਆ ਸੀ, ਫਿਰ ਉਹ ਚਲੇ ਗਏ ਐਂਡ 3 ਦਿਨ ਬਾਅਦ ਜਦੋਂ ਰਿਪੋਰਟ ਆਈ, ਮੈਂ ਕਾਲ ਕਰਕੇ ਦੱਸਿਆ ESR ਲੈਵਲਸ ਨਾਰਮਲ, RA ਫੈਕਟਰ ਬਹੁਤ ਘੱਟ ਹੈ, ਬਹੁਤ ਮਿਨੀਮਮ ਹੈ, ਔਰ ਮੇਰਾ CRP ਲੈਵਲ ਜੋ 11-16 ਤੱਕ ਚਲਾ ਗਿਆ ਸੀਗਾ, ਮੇਰੇ ਪੇਨਸ ਔਰ ਸਵੈਲਿੰਗਸ ਬਹੁਤ ਜ਼ਿਆਦਾ ਸੀਗੀਆਂ, ਉਹ 0.148 ਤੇ ਆ ਗਿਆ। ਤੇ ਜਦੋਂ ਮਤਲਬ 1.48 ਤੇ ਆ ਗਿਆ, ਜਦੋਂ ਇਹ ਚੀਜ਼ਾਂ ਦੱਸੀਆਂ ਡਾਕਟਰ ਸਾਹਿਬ ਮਤਲਬ ਹੀ ਸੈਡ ਕਿ ਮੇਰਾ ਦਿਲ ਕਰ ਰਿਹਾ ਹੈ ਕਿ ਮੈਂ ਛੱਤ ਤੇ ਚੜ ਕੇ ਮਤਲਬ ਕੀ ਕਰਾਂ ਕਿ ਇੱਕ ਬੱਚਾ ਮਤਲਬ ਯੰਗ ਜਿਹਨੂੰ ਮੈਂ ਦੇਖਣਾ ਚਾਹੁੰਦਾ ਸੀ ਕਿ ਇਹ ਕੇਸ ਠੀਕ ਹੋਣਾ ਚਾਹੀਦਾ ਹੈ, ਕਿ ਅੱਜ ਮੈਂ ਅਚੀਵ ਕੀਤਾ। ਪਰ ਉਹਨਾਂ ਦੀ ਫਿਰ ਵੀ ਜਜ਼ਬਾ ਦੇਖੋ, ਕਹਿੰਦੇ अभी भी मैं ये नहीं कहूंगा कि आप फुली ठीक हैं, थोड़ा वक्त और दो, आर्थराइटिस नेगेटिव भी हो जाएगा, है ना। मेरे 75 फूड आइटम्स तो एलर्जी सी मैनू 75 फूड आइटम्स मेरिया सारिया एलर्जीज, मिल्क एलर्जीज जो +4+3 ते सीगियां, उन्हां दी मेडिसिन दे करके एंड मेरी होममेड डाइट। डॉक्टर विश्वरूप रॉय चौधरी जी नू मैं सुनिया, मैं मिल्क नू क्विट कीता, दूध और दूध दी बनी चीज नू आज 2 साल हो गए मैं बिल्कुल छड्या होया, मैं आई डोंट टेक इवन अ सिंगल ड्रॉप ऑफ इट। और ये चीज मैं देखी है कि जिस दिन तो मैं डॉक्टर विश्वरूप रॉय चौधरी जी नु सुन के सारी न्यूट्रिशन दी स्टडी करके एंड उस चीज नु अपने आप ते अप्लाई कीता सी, विद इन 3 days मेरे स्वेलिंग्स कटनियां शुरू हो गईयां सीगियां। दैट इज मैनेजमेंट। बट डाइट दा गल हैगी है कि जदों तुसी डाइट नु फॉलो करदे आ ਤੁਸੀਂ ਠੀਕ ਰਹੋਗੇ। ਦ ਮੂਮੈਂਟ ਅਗਰ ਤੁਹਾਡੀ ਬਾਡੀ ਡਿਜ਼ੀਜ਼ ਹੈ ਔਰ ਤੁਸੀਂ ਮੈਨੇਜ ਕਰ ਰਹੇ ਹੋ, ਜਦੋਂ ਤੁਸੀਂ ਇਹਨੂੰ ਛੱਡ ਦੋਗੇ ਡਿਜ਼ੀਜ਼ ਫੇਰ ਆ ਜਾਏਗੀ। ਡਾਕਟਰ ਪਰਮਾਲ ਸਿੰਘ ਤਨਵਰ, ਹੀ ਇਜ਼ ਪ੍ਰੈਕਟਿਸਿੰਗ एक्यूरेट होम्योपैथी, इज अ क्लासिकल होम्योपैथ। उन्होंने मैंने की किया सी, आपको ऐसा बनाएंगे कि आप फिर से दूध पीने लगोगे, दूध पियोगे भी तो दर्द नहीं होगा जी। तो ही सेड दिस, ही हैज दिस कांसेप्ट, क्योंकि वो होम्योपैथी है, नेचुरल है, एक एडी वड्डी पैथी हैगी है दुनिया ते, ट्रीटमेंट है। तो आई एम वर्किंग ऑन बोथ एंड अज मैं प्लांट बेस्ड डाइट दे नाल लोकां नू डिजीज रिवर्सल ते हेल्प कर रही हां, ਉਹਨਾਂ ਨੂੰ ਟ੍ਰੀਟਮੈਂਟਸ ਦੇ ਰਹੀ ਹਾਂ। ਆਈ ਗਿਵ them ਡਾਈਟ ਪਲਾਨ ਐਂਡ ਡਾਕਟਰ ਪਰਮਾਲ ਸਿੰਘ ਤਨਵਰ ਜੀ ਦੇ ਨਾਲ ਆਈ ਐਮ ਪ੍ਰੈਕਟਿਸਿੰਗ ਹੋਮਿਓਪੈਥੀ, I am learning into it, so I am studying homeopathy, ayurved and naturopathy, all the 3 together and बस इस तरह ਦਾ ਸਫਰ ਹੈ ਔਰ ਅੱਜ ਖੁਸ਼ੀ ਹੁੰਦੀ ਹੈ ਔਰ ਦਿਲ ਕਰਦਾ ਹੈ ਮੇਰਾ, ਮੈਂ ਸਭ ਨੂੰ ਕਹਿੰਦੀ ਆ ਕਿ ਆਰਥਰਾਈਟਿਸ ਦਾ ਕੋਈ ਪੇਸ਼ੈਂਟ ਹੈ ਤਾਂ ਪਲੀਜ਼ ਮੇਰੇ ਕੋਲ ਭੇਜ ਦਿਓ, ਕਿਉਂਕਿ ਮੈਨੂੰ ਪਤਾ ਹੈ ਜਿਹੜੀ ਪੇਨ ਮੈਂ ਸਹਿਨ ਕੀਤੀ ਹੈ ਉਹ ਕੋਈ ਹੋਰ ਸਹਿਨ ਨਾ ਕਰੇ। ਕੋਈ ਐਸਾ ਮਾਂ ਦਾ ਬੱਚਾ ਨਾ ਹੋਏ, ਛੋਟਾ ਕੋਈ ਯੰਗ ਬੱਚਾ ਐਸਾ ਨਾ ਹੋਏ ਜਿਹੜਾ ਆਪਣੀ ਵੱਧਦੀ ਉਮਰ ਦੇ ਵਿੱਚ, ਕਿਉਂਕਿ ਕਹਿੰਦੇ ਨੇ ਨਾ ਵੀ ਜਿਹਨੇ ਜ਼ਿੰਦਗੀ ਭੋਗ ਲਈ, ਉਮਰ ਭੋਗ ਲਈ, ਬਜ਼ੁਰਗ ਹੈ, ਉਹਨੂੰ ਕੁਝ ਹੋ ਜਾਏ ਤਾਂ ਫਿਰ ਵੀ ਲੋਕ ਥੋੜਾ ਇੰਨਾ ਨਹੀਂ ਧਿਆਨ ਦਿੰਦੇ, ਪਰ 20 and 30s ਦੀ ਏਜ ਵਾਲਾ ਕੋਈ ਬੱਚਾ ਹੋਏ ਔਰ ਉਹਨੂੰ ਏਡੀ ਵੱਡੀ ਪ੍ਰੋਬਲਮ ਹੋਏ ਔਰ ਉਹ ਕਵੇ ਕਿ ਮੇਰੇ ਤਾਂ ਸੁਪਨੇ ਹੀ ਇਹ ਬਿਮਾਰੀ ਖਾ ਗਈ, ਇਹ ਡਿਜ਼ੀਜ਼ ਖਾ ਗਈ, ਉਹਨਾਂ ਨੂੰ ਠੀਕ ਕਰਨਾ ਮੇਰਾ ਸੁਪਨਾ ਹੈ। ਐਂਡ ਆਈ ਵਿਸ਼ ਕਿ ਜਿੰਨੇ ਵੱਧ ਤੋਂ ਵੱਧ ਲੋਕ ਇਸ ਚੀਜ਼ ਨੂੰ ਦੇਖਣ ਸੁਣਨ, ਤੁਸੀਂ ਅੱਗੇ ਸਭ ਨੂੰ ਦੱਸੋ ਕਿ ਆਰਥਰਾਈਟਿਸ ਵਾਲਾ ਕੋਈ ਰਹਿ ਨਾ ਜਾਏ, ਆਪਾਂ ਇਸ ਦੇਸ਼ ਨੂੰ ਔਰ ਫਿਰ ਮੁਲਕ ਨੂੰ, ਫਿਰ ਪੂਰੇ ਵਰਲਡ ਨੂੰ ਆਰਥਰਾਈਟਿਸ ਫ੍ਰੀ ਜ਼ਰੂਰ ਕਰ ਦਈਏ ਜੀ। ਸੋ ਦੋਸਤੋ, ਇਹ ਇਹਨਾਂ ਦੀ ਪੇਨਫੁਲ ਸਟੋਰੀ ਸੀ ਜਿਹਦੇ ਵਿੱਚੋਂ ਵਿਲ ਪਾਵਰ ਪਲੱਸ ਹੋਮੋਪੈਥੀ ਮੈਡੀਸਿਨ। ਤੇ ਕਰਮ ਜੀ, ਤੁਸੀਂ ਇੱਕ ਗੱਲ ਹੋਰ ਦੱਸ ਰਹੇ ਸੀਗੇ ਨਿਊਟ੍ਰੀਸ਼ਨ ਬਾਰੇ, ਉਹਦੇ ਬਾਰੇ ਥੋੜਾ ਸਾਡੇ ਵੀਵਰਸ ਨੂੰ ਦੱਸੋ ਕਿ ਨਿਊਟ੍ਰੀਸ਼ਨ ਤੁਸੀਂ ਇੱਕ ਕੋਰਸ ਕੀਤਾ ਜਿਹੜਾ USA ਤੋਂ, ਉਹਦੇ ਬਾਰੇ ਤੁਸੀਂ ਪਲਾਂਟ ਬੇਸਡ ਨਿਊਟ੍ਰੀਸ਼ਨ ਜਿਹਨੂੰ ਅਸੀਂ ਕਹਿੰਦੇ ਆ, ਇੱਕ ਚਾਈਨਾ ਸਟੱਡੀ ਵੀ ਹੋਈ ਹੈ ਜੀ ਔਰ ਚਾਈਨਾ ਸਟੱਡੀ ਤੇ ਬਹੁਤ ਵੱਡੀ ਰਿਸਰਚ ਹੋਈ ਆ। ਡਾਕਟਰ ਵਿਸ਼ਵਰੂਪ ਰॉय ਚੌਧਰੀ ਇਜ਼ ਆਲਸੋ ਵਰਕਿੰਗ ਔਨ ਇਟ ਔਰ ਉਹ ਦੁਨੀਆ ਨੂੰ ਇਸ ਚੀਜ਼ ਲਈ ਗਾਈਡ ਕਰਦੇ ਆ। ਡਾਕਟਰ ਟੀ ਕੋਲਿਨ ਕੈਂਪਬੈਲ ਜਿਨ੍ਹਾਂ ਨੇ ਰਾਸ਼ਟਰਪਤੀ ਨੂੰ, ਅਮਰੀਕਾ ਦੇ ਰਾਸ਼ਟਰਪਤੀ ਨੂੰ ਠੀਕ ਕੀਤਾ ਸੀਗਾ ਜੀ, ਉਹ ਡਾਕਟਰ ਜਿਹੜੇ ਹੈਗੇ ਆ ਉਹਨਾਂ ਦਾ ਆਪਣਾ ਨਿਊਟ੍ਰੀਸ਼ਨ ਸੈਂਟਰ ਆਫ ਸਟੱਡੀਜ਼ ਹੈ, ਡਾਕਟਰ ਟੀ ਕੋਲਿਨ ਕੈਂਪਬੈਲ ਨਿਊਟ੍ਰੀਸ਼ਨ ਸਟੱਡੀਜ਼ ਸੈਂਟਰ ਫॉर ਨਿਊਟ੍ਰੀਸ਼ਨ ਸਟੱਡੀਜ਼, ਉਹ ਆਫਰ ਕਰਦੇ ਆ ਕੋਰਸਸ। तो मैं न्यूट्रिशन ਦਾ ਕੋਰਸ ਸਾਰਾ ਉੱਥੋਂ ਹੀ ਕੀਤਾ ਹੈ ਐਂਡ ਮਤਲਬ ਮਾਰਵਲਸ ਐਗਜ਼ਾਮਪਲਸ ਜਿਹੜੇ ਡਾਕਟਰਸ all over the world ਉਹਨਾਂ ਨਾਲ ਜੁੜੇ ਹੋਏ ਨੇ। ਇੱਕ ਐਸੀ ਟੀਮ ਹੈ ਡਾਕਟਰਸ ਦੀ ਜੋ ਪਲਾਂਟ ਬੇਸਡ ਨਿਊਟ੍ਰੀਸ਼ਨ ਤੇ ਹੀ ਕੰਮ ਕਰਦੇ ਆ। ਮੈਡੀਸਿਨ ਦੇ ਡਾਕਟਰਸ, MBBS MD ਡਾਕਟਰਸ
who work on plant based nutrition, और वो सारे डॉक्टर्स ने अपने ही हॉस्पिटल्स ਦੇ ਅੰਦਰ ਇੱਕ ਵੱਖਰਾ plant based ਹਬ ਛੋਟਾ ਛੋਟਾ ਖੋਲ ਲਿਆ ਹੋਇਆ ਹੈ ਜਿੱਥੇ ਉਹ ਆਪਣੇ ਪੇਸ਼ੈਂਟਸ ਨੂੰ ਉਹੀ ਸਾਰਾ ਡਾਈਟ ਦਿੰਦੇ ਆ ਤਾਂ ਕਿ ਪੇਸ਼ੈਂਟ ਜਲਦੀ ਰਿਕਵਰ ਹੋ ਕੇ ਘਰ ਚਲਾ ਜਾਏ। जी जी तो मतलब दैट इज द थिंग, मतलब कहने का मतलब एक हैगा है, एक छोटा जिहा मैसेज सब ਨੂੰ ਜ਼ਰੂਰ ਜਾਣਾ ਚਾਹੀਦਾ ਹੈ। ਇੱਕ ਗੱਲ ਫਰੈਂਡਸ ਤੁਸੀਂ ਸੋਚਿਓ, ਇਹ ਸਰੀਰ ਪ੍ਰਕਿਰਤੀ ਦਾ ਬਣਿਆ ਹੋਇਆ ਹੈ, 5 ਐਲੀਮੈਂਟਸ ਆਫ ਨੇਚਰ, ਜਲ ਵਾਯੂ ਧਰਤੀ ਅਗਨੀ ਤੇ ਆਕਾਸ਼, 5 ਤੱਤਾਂ ਦਾ ਬਣਿਆ ਹੋਇਆ ਇਹ ਸਰੀਰ, ਪ੍ਰਕਿਰਤੀ ਤੋਂ ਬਣਿਆ ਸਰੀਰ, ਇਸ ਨੂੰ ਪ੍ਰਾਕ੍ਰਿਤਿਕ ਤਰੀਕੇ ਨਾਲ ਠੀਕ ਕਰੋਗੇ ਤਾਂ ਇਹ ਸਵਸਥ ਰਹੇਗਾ, ਇਹਨੂੰ ਆਰਟੀਫੀਸ਼ੀਅਲ ਤਰੀਕੇ ਨਾਲ ਠੀਕ ਕਰੋਗੇ ਤਾਂ ਇਹ ਰੋਗੀ ਹੋਏਗਾ। ਬਿਲਕੁਲ ਬਿਲਕੁਲ ਠੀਕ। ਔਰ ਜਿਸ ਦਾ ਵੀ ਪਿਓਰ ਮਾਈਂਡ ਹੈ, ਜਿਸ ਕੋਲ ਵੀ ਇੱਕ ਪਿਓਰ ਹਾਰਟ ਹੈ, ਪਿਓਰ ਮਾਈਂਡ ਹੈ, ਤੁਹਾਡਾ ਸੋਚ ਤੁਹਾਡੇ ਥਾਟਸ ਬਿਲਕੁਲ ਕਲੀਅਰ ਨੇ, ਤੁਸੀਂ ਇਹ ਚੀਜ਼ ਜ਼ਰੂਰ ਸਮਝੋਗੇ ਔਰ ਆਪਣੇ ਆਪ ਨੂੰ ਕਦੇ ਵੀ ਕੈਮੀਕਲਸ ਨਹੀਂ ਦੋਗੇ, ਕੋਈ ਸਪਰੈਸਿਵ ਕੋਈ ਰੋਂਗ ਟ੍ਰੀਟਮੈਂਟ ਨਹੀਂ ਦੋਗੇ, ਤੁਸੀਂ ਆਪਣੇ ਆਪ ਨੂੰ ਹਮੇਸ਼ਾ ਨੈਚੁਰਲੀ ਠੀਕ ਕਰਨ ਦੀ ਕੋਸ਼ਿਸ਼ ਕਰੋਗੇ। ਜੀ ਜੀ। ਤਾਂ ਅਗਰ ਅਸੀਂ ਆਪਣੇ ਆਪ ਨੂੰ ਪ੍ਰਾਕ੍ਰਿਤਿਕ ਭੋਜਨ ਦੇ ਨਾਲ, ਪ੍ਰਾਕ੍ਰਿਤਿਕ ਤਰੀਕੇ ਦੇ ਨਾਲ ਠੀਕ ਕਰਦੇ ਹਾਂ, ਅਸੀਂ ਲੌਂਗ ਲਾਸਟਿੰਗ ਲਾਈਫ ਜੀ ਸਕਦੇ ਹਾਂ, ਸਾਡੀ ਜ਼ਿੰਦਗੀ ਦੀ ਕੁਆਲਿਟੀ ਅੱਛੀ ਹੋਏਗੀ ਔਰ ਬਹੁਤ ਅੱਛਾ ਲਾਈਫਸਟਾਈਲ, ਬਹੁਤ ਅੱਛੀ ਖੁਸ਼ਨੁਮਾ ਜ਼ਿੰਦਗੀ, ਇੱਕ ਖੁਸ਼ੀਆਂ ਭਰਿਆ ਤੁਹਾਡਾ ਜੀਵਨ ਰਹੇਗਾ, ਤੁਸੀਂ ਆਪਣੇ ਆਪ ਨੂੰ ਕਦੇ ਰੋਗੀ ਫੀਲ ਨਹੀਂ ਕਰੋਗੇ। ਸੋ ਬਹੁਤ ਵਧੀਆ ਇਨਫੋਰਮੇਸ਼ਨ, ਨੌਲੇਜ ਕਰਮਜੀਤ ਜੀ ਕੋਲੋਂ ਮਿਲੀ ਸਾਨੂੰ। ਸੋ ਲਾਸਟ ਤੇ ਆਪਾਂ ਕਰਨ ਜੀ ਇੱਕ ਮੈਸੇਜ ਲੈਣਾ ਚਾਹਾਂਗੇ ਕਿ ਅੱਜ ਦੀ ਯੂਥ ਜਾਂ ਅੱਜ ਦੀ ਸੋਸਾਇਟੀ ਨੂੰ ਐਸਾ ਕਿਹੜਾ ਮੈਸੇਜ ਤੁਸੀਂ ਦੇਣਾ ਚਾਹੋਗੇ? ਯੂਥ ਇਜ਼ ਆਰ ਟੁਮਾਰੋ, ਸਾਡੇ ਨੇਸ਼ਨ ਦਾ ਕੱਲ ਹੈ, ਸਾਡੇ ਕੱਲ ਦਾ ਸਾਡੇ ਆਉਣ ਵਾਲੀ ਕੱਲ ਦੀ ਜਿਹੜੀ ਪੀੜ੍ਹੀ ਹੈ, ਸਾਰੇ ਯੂਥ ਨੂੰ ਮੈਂ ਇਹ ਮੈਸੇਜ ਦੇਣਾ ਚਾਹੂੰਗੀ ਕਿ ਪਲੀਜ਼ ਕਨੈਕਟ ਟੂ ਯੋਰ ਰੂਟਸ, ਆਪਣੀਆਂ ਜੜ੍ਹਾਂ ਨਾਲ ਜੁੜੋ। अगर बदना है, अगर जिंदगी च कुछ करना है, अगर फुलना है, अगर ग्रो करना है, डेवलप करना है, निखरना है, अपनी जड़ां नाल जुड़ो, कनेक्ट टू योर रूट्स, क्योंकि एक पेड़ उदों तक ही वधदा फुलदा वधदा है, अगे ग्रो करदा है, उन्हें फ्रूट्स भी ताइयों लगदे ने जद तक उहदियां जड़ां नाल वो कनैक्टेड है। जिस दिन उस पेड़ दीयां जड़ां उखड़ गईयां उसदा कुछ नहीं बचदा, चाहे किन्ने भी सोहणे फल लगे होण, किन्ने भी सोहणे फुल लगे होण, ਉਹ ਪੇੜ ਉਹ ਪੌਦਾ ਕੁਛ ਨਹੀਂ ਦੇ ਸਕਦਾ, ਆਪਣੇ ਆਪ 'ਚ ਵੀ ਮਰ ਜਾਂਦਾ ਹੈ ਤੇ ਕਿਸੇ ਹੋਰ ਨੂੰ ਤਾਂ ਕੀ ਦੇਗਾ ਉਹ। ਤੇ ਇਸ ਕਰਕੇ ਯੂਥ ਨੂੰ ਇਹੀ ਮੈਸੇਜ ਹੈ ਮੇਰਾ, ਕਨੈਕਟ ਟੂ ਯੋਰ ਰੂਟਸ। ਸਾਡੇ ਦੇਸ਼ ਦੇ ਕੋਲ ਬਹੁਤ ਵੱਡੀ ਧਰੋਹਰ ਹੈ, ਇੰਡੀਆ ਨੇ, ਸੌਰੀ ਆਈ ਵੁੱਡ ਲਾਈਕ ਟੂ ਸੇ ਭਾਰਤ ਨੇ ਪੂਰੇ ਵਿਸ਼ਵ ਨੂੰ 0 and 1 ਦਿੱਤਾ ਹੈ ਜੀ। जिस देश ने पूरे विश्व ਨੂੰ 0 और 1 दिया हो, उसके पास उससे ज्यादा भरमार है नॉलेज की। 0 ਤੋਂ ਲੈ ਕੇ 1 ਤੱਕ ਅਸੀਂ ਇੰਨੀ ਛੋਟੀ ਤੋਂ ਛੋਟੀ ਚੀਜ਼ ਵੀ ਜਦੋਂ ਇੰਡੀਆ ਨੇ, ਭਾਰਤ ਨੇ ਵਿਸ਼ਵ ਨੂੰ ਦਿੱਤੀ ਹੈ, ਤਾਂ ਆਯੁਰਵੇਦ ਦਾ ਗਿਆਨ, ਸਰੀਰ ਦਾ ਗਿਆਨ, ਆਪਣੇ ਆਪ ਨੂੰ ਸਵਸਥ ਰੱਖਣ ਦਾ ਗਿਆਨ, ਆਪਣੇ ਘਰਾਂ ਦੇ ਵਿੱਚ ਆਪਣੇ ਰਿਲੇਸ਼ਨਸ਼ਿਪਸ ਨੂੰ ਸੰਭਾਲਣ ਦਾ ਗਿਆਨ ਸਾਡੇ ਸ਼ਾਸਤਰਾਂ ਦੇ ਵਿੱਚ ਹੈ। ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਲਓ, ਗੀਤਾ ਨੂੰ ਪੜ੍ਹ ਲਓ, ਕੁਝ ਵੀ ਮਤਲਬ ਤੁਸੀਂ ਸਾਡੇ ਆਪਣੇ ਦੇਸ਼ ਦੇ ਸ਼ਾਸਤਰ ਉਠਾ ਕੇ ਪੜ੍ਹੋ ਔਰ ਸਾਡਾ ਜਿੰਨਾ ਵੀ ਗਿਆਨ ਹੈ ਹੈਲਥ ਦੇ ਉੱਪਰ ਉਹ ਅਗਰ ਤੁਸੀਂ ਚੱਕ ਕੇ ਪੜ੍ਹ ਲੈਂਦੇ ਹੋ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਐਸਾ ਵਿਅਕਤੀ ਹੋਏਗਾ ਜਿਹੜੀ ਆਪਣੀ ਚਿਕਿਤਸਾ ਆਪ ਨਾ ਕਰ ਸਕੇ। ਅਸੀਂ ਡਿਜ਼ੀਜ਼ਸ ਵੱਲ ਨਹੀਂ ਜਾਵਾਂਗੇ ਅਸੀਂ ਅਗਰ ਹਰ ਨੈਗੇਟਿਵ ਪ੍ਰਭਾਵ ਪਾਉਣ ਵਾਲੀ ਚੀਜ਼ ਨੂੰ ਨਾ ਖਾਈਏ, ਅਗਰ ਉਹਨੂੰ ਛੱਡ ਦਈਏ, ਉਹਨੂੰ ਨਾ ਖਾਈਏ ਔਰ ਕੋਈ ਵੀ ਐਸੀ ਚੀਜ਼ ਨੂੰ ਬਿਨਾਂ ਜਾਣੇ, ਬਿਨਾਂ ਪਹਿਚਾਨੇ, ਬਿਨਾਂ ਉਹਦੇ ਅਸਰ ਨੂੰ, ਉਹਦੇ ਜਿੰਨੇ ਅਸਰ ਹੁੰਦੇ ਆ, ਬਿਨਾਂ ਉਹਦੇ ਸਾਈਡ ਇਫੈਕਟਸ, ਬਿਨਾਂ ਉਹਦੇ ਇਹ ਜਾਣੇ ਕਿ ਇਹਦਾ ਪ੍ਰਭਾਵ ਕੀ ਪਏਗਾ ਬੋਡੀ ਤੇ, ਉਹਨਾਂ ਨੂੰ ਮਤਲਬ ਏਦਾਂ ਹੀ ਅਨਨੋਇੰਗਲੀ ਲੈ ਲੈਣਾ, ਉਹ ਮੈਨੂੰ ਨਹੀਂ ਲੱਗਦਾ ਕਿ ਕੋਈ ਅੱਛੀ ਚੀਜ਼ ਹੈ। ਲੇਕਿਨ ਫਰੈਂਡਸ, ਜਾਨ ਹੈ ਤਾਂ ਜਹਾਨ ਹੈ, ਇਹ ਸਰੀਰ ਤੰਦਰੁਸਤ ਹੈ, ਇਹ ਪਰਮਾਤਮਾ ਦੀ ਦਿੱਤੀ ਹੋਈ ਸਭ ਤੋਂ ਵੱਡੀ ਨਿਆਮਤ ਹੈ। ਜੇ ਤੁਹਾਡੀ ਸਰੀਰ ਠੀਕ ਹੈ, ਜੇ ਤੁਹਾਡੇ ਕੋਲ ਤੰਦਰੁਸਤੀ ਹੈ, ਤੰਦਰੁਸਤੀ ਨਾਲ ਦੀ ਕੋਈ ਚੀਜ਼ ਨਹੀਂ ਹੈ ਦੁਨੀਆ ਤੇ। ਤੁਹਾਡੇ ਕੋਲ ਕਿੰਨਾ ਵੀ ਕਰੋੜਾਂ ਰੁਪਇਆ ਪਿਆ ਹੋਵੇ ਬੈਂਕ ਦੇ ਵਿੱਚ, ਪਰ ਜੇ ਤੁਸੀਂ ਠੀਕ ਨਹੀਂ ਹੈਗੇ, ਉਹ ਕਰੋੜਾਂ ਵੀ ਲਾ ਦੋਗੇ ਨਾ ਤੇ ਸਰੀਰ ਦੀ ਤੰਦਰੁਸਤੀ ਵਾਪਸ ਨਹੀਂ ਆਏਗੀ, ਜੇ ਤੁਹਾਨੂੰ ਰਾਈਟ ਨੌਲੇਜ ਨਹੀਂ ਪਤਾ ਔਰ ਰਾਈਟ ਟ੍ਰੀਟਮੈਂਟ ਨਹੀਂ ਪਤਾ। ਇਸ ਕਰਕੇ ਜਾਗੋ, ਆਪਣੇ ਆਪ ਨੂੰ ਵੀ ਅਵੇਅਰ ਕਰੋ, ਆਪਣੇ ਬੱਚਿਆਂ ਨੂੰ ਵੀ ਅਵੇਅਰ ਕਰੋ, ਅੱਗੇ ਹਰ ਕਿਸੇ ਨੂੰ ਦੱਸੋ ਕਿ ਵਾਟ ਇਜ਼ ਰਾਈਟ ਟ੍ਰੀਟਮੈਂਟ, ਵਾਟ ਇਜ਼ ਦ ਰਾਈਟ ਪ੍ਰੋਸੈਸ ਆਫ ਹੀਲਿੰਗ, ਕਿਸ ਤਰੀਕੇ ਨਾਲ ਠੀਕ ਹੋਇਆ ਜਾਂਦਾ ਹੈ। ਇੱਕ ਵਾਰੀ ਜੁੜ ਕੇ ਦੇਖੋ ਆਪਣੇ ਜੜਾਂ ਦੇ ਨਾਲ, ਆਪਣੇ ਰੂਟਸ ਦੇ ਨਾਲ,
ਥੋੜਾ ਜਿਹਾ, ਜ਼ਿਆਦਾ ਨਹੀਂ, ਸਿਰਫ 20-30 ਇਅਰਸ ਬੈਕ ਪੜ੍ਹ ਕੇ ਦੇਖੋ ਕਿਸ ਤਰ੍ਹਾਂ ਸਾਡਾ ਦੇਸ਼ ਇੱਕਦਮ ਸਵਸਥ ਸੀਗਾ। ਪੁਰਾਣਾ ਟਾਈਮ ਜਿਹੜਾ ਸੀ, ਉਸ ਟਾਈਮ ਤੇ ਕੋਈ ਇੰਨਾ ਬਿਮਾਰ ਨਹੀਂ ਸੀ, ਇੰਨੀਆਂ ਬਿਮਾਰੀਆਂ ਵੀ ਸੁਣਨ ਨੂੰ ਨਹੀਂ ਸੀ ਮਿਲਦੀਆਂ। ਐਵੇਂ ਮੇਨ ਮੋਟੀਆਂ ਬਿਮਾਰੀਆਂ ਹੁੰਦੀਆਂ ਸੀ ਜਿਹੜੀਆਂ ਘਰ 'ਚ ਹੀ ਠੀਕ ਹੋ ਜਾਂਦੀਆਂ ਸੀ, ਨਾਰਮਲੀ ਕਿਉਰ ਹੋ ਜਾਂਦੀ। ਯਾ ਸੋ ਦੋਸਤੋ, ਇਹ ਸੀ ਕਰਮਜੀਤ ਜੀ, ਜਿਨ੍ਹਾਂ ਦਾ ਹੋਲਿਸਟਿਕ ਵੈਲਨੈਸ ਬੱਸ ਸਟੈਂਡ ਦੇ ਕੋਲ ਇਹਨਾਂ ਦਾ ਹੋਲਿਸਟਿਕ ਵੈਲਨੈਸ ਹਬ ਜਿਹੜਾ ਕਿ ਬੱਸ ਸਟੈਂਡ ਦੇ ਕੋਲ ਹੈ। ਤੁਸੀਂ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ। ਮੈਂ ਪਰਸਨਲੀ ਐਡਵਾਈਸ ਕਰਨਾ ਚਾਹੂੰਗਾ ਕਿ ਇੱਕ ਵਾਰੀ ਜ਼ਰੂਰ ਆ ਕੇ ਇੱਥੇ ਵਿਜ਼ਿਟ ਕਰੋ। ਇੱਥੇ ਤੁਹਾਡੀਆਂ ਬਿਮਾਰੀਆਂ ਨਹੀਂ, ਤੁਹਾਨੂੰ ਇੱਕ ਅੱਛੀ ਹੈਲਥ ਦਿੱਤੀ ਜਾਂਦੀ ਹੈ। ਬਿਮਾਰੀਆਂ ਤੇ ਇੱਕ ਸਾਈਡ ਤੇ, ਇੱਕ ਅੱਛੀ ਹੈਲਥ ਜਦੋਂ ਤੁਸੀਂ ਲਓਗੇ, ਪੂਰੀ ਦੁਨੀਆ ਤੁਹਾਨੂੰ ਚੰਗੀ ਲੱਗੇਗੀ। ਸੋ ਕਰਨ ਜੀ, ਸਾਡੇ YouTube ਚੈਨਲ ਬਾਰੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਇਟਸ ਅ ਵੈਰੀ ਨਾਈਸ ਇਨੀਸ਼ੀਏਟਿਵ ਹਰਜੋਤ ਜੀ। ਮੈਂ ਕਹਿਣਾ ਚਾਹੂੰਗੀ ਜਿਵੇਂ ਅਸੀਂ ਹੋਲਿਸਟਿਕ ਦੀ ਗੱਲ ਕਰਦੇ ਆ ਨਾ ਜੀ, ਹੋਲਿਸਟਿਕ ਵੈਲਨੈਸ ਹਬ, ਹੋਲਿਸਟਿਕ ਨਾਮ ਰੱਖਣ ਦੇ ਪਿੱਛੇ ਕਾਰਨ ਹੀ ਇਹ ਸੀਗਾ ਕਿ ਵੈਲਨੈਸ ਨੂੰ ਅਗਰ ਅਸੀਂ ਦੇਖ ਕੇ ਚੱਲੀਏ ਨਾ ਤੇ ਮੋਟੇ ਰੂਪ ਤੇ ਦੁਨੀਆ ਸਮਝਦੀ ਹੈ ਵੀ ਸਰੀਰ ਠੀਕ ਹੈ, ਮਤਲਬ ਸਭ ਠੀਕ ਹੈ ਜੀ, ਬਿਲਕੁਲ। ਬਟ ਉਹ ਹੋਲਿਸਟਿਕ ਵੈਲਨੈਸ ਨਹੀਂ ਹੈ। ਹੋਲਿਸਟਿਕ ਮੀਨਸ ਕੰਪਲੀਟ ਵੈਲਨੈਸ। ਕੰਪਲੀਟ ਵੈਲਨੈਸ ਦੇ ਵਿੱਚ ਤੁਹਾਡਾ ਮਾਈਂਡ ਵੀ ਆਉਂਦਾ ਹੈ, ਤੁਹਾਡੀ ਸੋਲ ਵੀ ਆਉਂਦੀ ਹੈ। ਮਾਈਂਡ, ਬੋਡੀ ਐਂਡ ਸੋਲ ਜਦੋਂ ਤਿੰਨੋਂ ਹੀ ਸਵਸਥ ਹੋਣਗੇ, ਫਿਰ ਹੀ ਤੁਸੀਂ ਉਹਨੂੰ ਕੰਪਲੀਟ ਵੈਲਨੈਸ, ਹੋਲਿਸਟਿਕ ਵੈਲਨੈਸ ਕਹਿ ਸਕਦੇ ਹੋ। ਮਨ ਤੰਦਰੁਸਤ ਹੋਏ ਤਾਂ ਮਨ ਦੀ ਤੰਦਰੁਸਤੀ ਲਈ, ਆਤਮਾ ਦੀ ਤੰਦਰੁਸਤੀ ਲਈ ਤੁਸੀਂ ਕੀ ਕਰ ਸਕਦੇ ਹੋ? ਦੈਟ ਇਜ਼ ਮੈਡੀਟੇਸ਼ਨ, ਪੋਜ਼ਿਟਿਵ ਥਾਟਸ ਔਰ ਸਪਿਰਿਚੁਅਲਿਟੀ। ਅਗਰ ਇਸ ਨੂੰ ਫੋਲੋ ਕਰਦੇ ਆ ਜਾਂ ਇਸ ਰਾਹ ਤੇ ਚੱਲਦੇ ਆ, ਜਾਂ ਹੋਰ ਜ਼ਿਆਦਾ ਨਹੀਂ ਤਾਂ ਘੱਟੋ ਘੱਟ ਅੱਛੀ ਸੋਚ ਔਰ ਬਿਨਾਂ ਡਰ ਤੋਂ ਜੀਣਾ। ਕਿਉਂਕਿ ਡਰ ਇੱਕ ਐਸੀ ਚੀਜ਼ ਹੈ, ਡਰ ਘਰ ਕਰਦਿਆਂ ਹੀ ਸਰੀਰ ਬਿਮਾਰੀਆਂ ਨੂੰ ਖਿੱਚਣ ਲਈ ਤਿਆਰ ਹੋ ਜਾਂਦਾ ਹੈ, ਬਿਮਾਰੀਆਂ ਲੈਣ ਲਈ, ਰਿਸੀਵ ਕਰਨ ਲਈ ਤਿਆਰ ਹੋ ਜਾਂਦਾ ਹੈ। ਲੇਕਿਨ ਜਦੋਂ ਸਾਡੇ ਅੰਦਰ ਡਰ ਨਹੀਂ ਹੈ, ਅਸੀਂ ਬਿਲਕੁਲ ਇੱਕ ਫੋਕਸਡ, ਇੱਕ ਸਪਿਰਿਚੁਅਲ, ਇੱਕ ਮੈਡੀਟੇਟਿਵ ਔਰ ਬਹੁਤ ਅੱਛਾ ਲਾਈਫਸਟਾਈਲ, ਇੱਕ ਪੋਜ਼ਿਟਿਵ ਲਾਈਫਸਟਾਈਲ ਜੀ ਰਹੇ ਹਾਂ, ਤਾਂ ਸਾਡੀ ਬਾਡੀ ਦੇ ਵਿੱਚ ਬਿਮਾਰੀਆਂ ਕੋਈ ਇੰਨੀਆਂ ਸੌਖੀਆਂ ਆ ਨਹੀਂ ਸਕਦੀਆਂ। ਔਰ ਹੋਲਿਸਟਿਕ ਮੀਨਸ ਮਾਈਂਡ, ਬੋਡੀ, ਸੋਲ ਤਿੰਨਾਂ ਨੂੰ ਸਵਸਥ ਕਰਕੇ ਚੱਲਣਾ। ਆਈ ਗਾਈਡ ਫॉर ਆਲ ਦ 3। ਕਿਉਂਕਿ ਜਦੋਂ ਅਸੀਂ ਸਾਡੇ ਕੋਲ ਕੋਈ ਪੇਸ਼ੈਂਟ ਆਂਦਾ ਹੈ, ਫਸਟ ਆਫ ਆਲ ਵੀ ਆਸਕ them ਕਿਸੇ ਤਰ੍ਹਾਂ ਦਾ ਕੋਈ ਡਰ, ਕੋਈ ਭੈ, ਕੋਈ ਗਮ, ਕੋਈ ਚਿੰਤਾ, ਕੋਈ ਸਟ੍ਰੈਸ, ਕੋਈ ਟੈਨਸ਼ਨ ਤਾਂ ਨਹੀਂ ਹੈ। ਪਹਿਲਾਂ ਅਸੀਂ ਪੇਸ਼ੈਂਟ ਨੂੰ ਇਹ ਸਵਾਲ ਪੁੱਛੀਦਾ, ਉਸ ਤੋਂ ਬਾਅਦ ਅਸੀਂ ਅਗਲੀ ਗੱਲ ਕਰੀਦੀ ਆ। ਵਾਈ? ਬਿਕੋਜ਼ ਹਰ ਬਿਮਾਰੀ ਇੱਥੋਂ ਸ਼ੁਰੂ ਹੁੰਦੀ ਹੈ। ਅਗਰ ਸਾਰਾ ਕੁਝ ਠੀਕ ਹੈ ਬਟ ਕਿਸੇ ਵੀ ਗੱਲ ਦੀ ਤੁਹਾਡੇ ਅੰਦਰ ਟੈਨਸ਼ਨ ਜਾਂ ਸਟ੍ਰੈਸ ਹੈ, ਤੁਹਾਡੇ ਪੇਟ 'ਚ ਪ੍ਰੋਬਲਮ ਹੋ ਜਾਏਗੀ, ਤੁਹਾਡੇ ਦਿਲ 'ਚ ਕੁਝ ਹੋਣਾ ਸ਼ੁਰੂ ਹੋ ਜਾਊਗਾ, ਘਬਰਾਹਟ ਹੋਣੀ ਸ਼ੁਰੂ ਹੋ ਜਾਏਗੀ, ਜਾਂ ਪੇਟ ਦੁਖਣਾ ਸ਼ੁਰੂ ਹੋ ਜਾਏਗਾ, ਜਾਂ ਕੋਈ ਹੋਰ ਫਲਾਫਲਾ ਬਿਮਾਰੀਆਂ ਹੋ ਜਾਂਦੀਆਂ, ਸਾਈਕੋਸੋਮੈਟਿਕ ਡਿਸਆਰਡਰਸ ਹੋ ਜਾਂਦੇ ਆ, ਮੈਂਟਲ ਡਿਸਆਰਡਰਸ ਹੋ ਜਾਂਦੇ ਆ। ਤਾਂ ਪਹਿਲਾਂ ਮਨ ਨੂੰ ਠੀਕ ਕਰਨਾ ਵੀ ਉਨਾ ਹੀ ਜ਼ਿਆਦਾ ਜ਼ਰੂਰੀ ਹੈ ਜਿੰਨਾ ਕਿ ਤਨ ਨੂੰ ਠੀਕ ਕਰਨਾ। ਕਿਉਂਕਿ ਆਤਮਾ ਔਰ ਸਰੀਰ ਦੋਨੋਂ ਇੱਕ ਦੂਸਰੇ ਦੇ ਪੂਰਕ ਨੇ, वो दोनों ही एक दूसरे तो बिना कुछ नहीं कर सकते। इसलिए अपने तन का जिन्ना ख्याल रखते हो, अपने मन का भी उन्ना ख्याल रखो, और अपने आत्मा का भोजन, परमात्मा की याद, ईश्वर ਨੂੰ याद करना, मेडिटेट करना, उसका उस तो ज्यादा ख्याल रखो। ते इस ਸਾਡੇ ਮੇਰੇ ਮੈਸੇਜ ਨੂੰ ਦੁਨੀਆ ਤੱਕ ਪਹੁੰਚਾਉਣ ਲਈ ਹਰਜੋਤ ਜੀ ਜੋ ਤੁਸੀਂ ਕਰ ਰਹੇ ਹੋ, ਉਹ ਉਸ ਤੋਂ ਵੀ ਵੱਡੀ ਗੱਲ ਹੈ। ਉਹ ਹੋਲਿਸਟਿਕ ਦਾ ਹੀ ਇੱਕ ਪਾਰਟ ਆ ਜਾਂਦਾ ਹੈ ਕਿ ਅਸੀਂ ਹੋਲਿਸਟਿਕਲੀ ਪੂਰੇ ਵਰਲਡ ਨੂੰ ਲੈ ਕੇ ਚੱਲ ਰਹੇ ਹਾਂ ਨਾਲ, ਔਰ ਤੁਸੀਂ ਇੰਨਾ ਅੱਛਾ ਇੱਕ ਪਲੇਟਫਾਰਮ ਲੈ ਕੇ ਆਏ ਹੋ ਕਿ ਉਸ ਤੇ ਸਹੀ ਕੰਮ ਕਰਨ ਵਾਲਿਆਂ ਨੂੰ ਪ੍ਰਮੋਟ ਕਰ ਰਹੇ ਹੋ, ਉਹਨਾਂ ਦੀ ਆਵਾਜ਼ ਦੁਨੀਆ ਤੱਕ ਪਹੁੰਚਾ ਰਹੇ ਹੋ। ਆਈ ਸੈਲੂਟ ਯੂ ਫॉर दैट। ਐਂਡ ਈਵਨ ਤੁਸੀਂ ਬਿਲਕੁਲ ਨਿਸ਼ਪਕਸ਼ ਹੋ ਕੇ, ਨਿਸਵਾਰਥ ਭਾਵਨਾ ਦੇ ਨਾਲ, ਨਿਸਵਾਰਥ ਸੇਵਾ ਜੋ ਕਰ ਰਹੇ ਹੋ, ਇਹ ਤੁਹਾਡੀ ਹਮੇਸ਼ਾ ਔਰ 100% ਫਲੀਭੂਤ ਹੋਏਗੀ। ਇਸ ਨੂੰ ਫਲ ਲੱਗਣਗੇ ਔਰ ਹੋਰ ਜ਼ਿਆਦਾ ਦੁਨੀਆ ਦੇ ਵਿੱਚ ਅਸੀਂ ਸੱਚਾਈ ਨੂੰ ਅੱਗੇ ਲੈ ਕੇ ਆਵਾਂਗੇ। ਥੈਂਕ ਯੂ ਸੋ ਮਚ। ਥੈਂਕ ਯੂ। ਸੋ ਇਹ ਸੀ ਕਰਮਜੀਤ ਜੀ। ਸੋ ਅਸੀਂ ਆਉਣ ਵਾਲੇ ਟਾਈਮ 'ਚ ਹੋਰ ਵੀ ਵਧੀਆ ਨਵੇਂ ਗੈਸਟ ਲੈ ਕੇ ਆਵਾਂਗੇ, ਜਿਨ੍ਹਾਂ ਦੀ ਨੌਲੇਜ ਤੋਂ ਅਸੀਂ ਵੀ ਕੁਝ ਸਿੱਖ ਸਕਦੇ ਹਾਂ, ਜਿਨ੍ਹਾਂ ਦੇ ਐਕਸਪੀਰੀਅੰਸ ਤੋਂ ਅਸੀਂ ਵੀ ਕੁਝ ਸਿੱਖ ਸਕਦੇ ਹਾਂ। ਸੋ ਲਾਸਟ ਤੇ ਸਾਰਿਆਂ ਦਾ ਬਹੁਤ ਧੰਨਵਾਦ। ਕਰਮਜੀਤ ਸੰਧੂ ਜੀ ਦਾ ਵੀ ਬਹੁਤ ਧੰਨਵਾਦ, ਜਿਨ੍ਹਾਂ ਨੇ ਬਹੁਤ ਹੀ ਅੱਛੀ ਨੌਲੇਜ ਸਾਡੇ ਵਿਊਅਰਸ ਨੂੰ ਦਿੱਤੀ। ਥੈਂਕ ਯੂ ਵੈਰੀ ਮਚ।